आओ सारे साध संगत गुरु महाराज की हजूरी चरणों च फतेह बुला के हाज़री लवाइए। वाहिगुरू जी का खालसा वाहिगुरू जी की फतेह। साढ़े बड़े भाग हैं, महापुरख कदे कदे दर्शन होंगे हैं। हुण श्रीमान संत बाबा शमशेर सिंह जी जगेड़ा वालियां नूं बेनती करिए कि आके साध संगत नूं अपने वचनां नाल कीर्तन नाल निहाल करन। श्रीमान संत बाबा शमशेर सिंह जी जगेड़े वाले। वाहिगुरू जी का खालसा वाहिगुरू जी की फतेह। साजिए ते नवाजी हुई साध संगत, जितने भी गुरु महाराज की हजूरी विच बैठे हो, दूरों नेड़ों आयो अपने आराम नूं छड्ड के, कामां कारां नूं छड्ड के अपने समय नूं सफला करन वास्ते आप जी ने पहला बड़ा आनंदमय कीर्तन सरवण कीता है। फिर गुरमुख प्यारिਆਂ ਤੋਂ गुरु इतिहास सुनिया है। सो थोड़ा समा आपां होर इसी तरह ही गुरु के चरणों में बतीत करना है, अपने समय नूं सफला करना है। सारे आपो अपने मनां नूं हाजिर करके एक बारी रचना करो, पवित्र आखो सतनाम श्री वाहिगुरू। मेरी बेनती है, संगीत विच कीर्तन मैं कर सकदा, पर मेरी इच्छा है कि जिस तरह महापुरख संत ईसर सिंह राड़ा साहब वाले, जिन्हों ने 50 साल सीधा कीर्तन करके संगतां नूं गुरु दे नाल जोड़िया, 30 लाख प्राणी नूं अमृत छकाया। उस तो पहला संत अतर सिंह मस्तूआणे जदों मालवे विच सिੱਖੀ आटे विच लूण सी, उस वक्त उन्होंने सीधियां धारना पढ़ा के संगतां नूं गुरु के चरणों नाल जोड़िया और घट्टो घट्ट 50 लाख प्राणी नूं अमृत छका के गुरु वाले बनाया। सो मेरी बेनती है, सीधियां धारना दे नाल जितना समा मिलिया प्रबंधकों वालों पहला दास बोले, फिर सारे भाई बोलन, तीसरे हिस्से विच बीबियां भी बहुत गुरु के चरणों में शोभित हैं। सारे तिने हिस्सों में गज वज के धारना विच बोलण की कोशिश करनी। आओ करो रसना नूं पवित्र। वाहिगुरू जी मन वो चितवनी, मन वो चितवनी, उद्म करो ठनीत, हर कीर्तन का हर, हर कीर्तन का हर, हर द्यो नानक के मीत। सत संगत मेला दो कड़ियाँ, सत संगत मेला दो कड़ियाँ, बीबियो बोलो भाई।
ਸੰਗਤ ਮੇਲਾ ਦੋ ਕੜੀਆਂ, ਸਤ ਸੰਗਤ ਮੇਲਾ ਦੋ ਕੜੀਆਂ। ਕਲਮ ਨਾ ਚਿਤ ਲਾ ਕੇ ਸਤ ਸੰਗਤ ਮੇਲਾ ਦੋ ਕੜੀਆਂ, ਸਤ ਸੰਗਤ ਮੇਲਾ ਦੋ ਕੜੀਆਂ। ਕਲਮ ਨਾ ਚਿਤ ਲਾ ਕੇ ਸਤ ਸੰਗਤ ਮੇਲਾ ਦੋ ਕੜੀਆਂ, ਸਤ ਸੰਗਤ ਮੇਲਾ ਦੋ ਕੜੀਆਂ। ਕਲਮ ਨਾ ਕਿ ਵੀਰ ਏਕ ਘੜੀ ਆਦਿ ਘੜੀ ਆਤੀ ਹੂੰ ਤੇ ਫਨਆਦ, ਭਗਤਨ ਛੇਤੀ ਗੋਸ਼ਟੈ ਜੋ ਕੀਨੋ ਸੋ ਲਾ। ਭਗਤ ਜੀ ਕਹਿੰਦੇ ਹੈ ਪ੍ਰਾਣੀ, ਤੈਨੂੰ ਜਿਤਨਾ ਸਮਾਂ ਮਿਲਦਾ, ਭਾਵੇਂ ਤੂੰ ਪਰਮੇਸ਼ਰ ਨਾਲ ਬਹੁਤ ਸਾਰੇ ਵਾਅਦੇ ਕਰਕੇ ਆਇਆ ਕਿ ਮੈਂ ਹਰ ਵਕਤ ਤੇਰਾ ਹੀ ਨਾਮ ਜਪੂੰਗਾ, ਮੈਂ ਜਿਤਨੀ ਕਮਾਈ ਕਰੂੰਗਾ ਸਾਰੇ ਤੇਰੇ ਲੇਖੇ ਲਾਵਾਂਗਾ। ਕਦੋਂ ਵਾਅਦੇ ਕੀਤੇ ਹੈ? ਗੁਰੂ ਜੀ ਕਹਿੰਦੇ ਆ ਗੁਰਬਾਣੀ ਵਿੱਚ, ਮੁਖ ਤੱਲੇ ਪੈਰ ਉਪੜੇ ਬਸੰਦੋ ਕੁਹਥੜੇ ਥਾਏ। ਕਦੋਂ ਵਾਅਦੇ ਕੀਤੇ ਨੇ ਪਰਮੇਸ਼ਰ ਨਾਲ? ਜਦੋਂ ਮਾਤਾ ਦੇ ਪੇਟ ਵਿੱਚ ਪੁੱਠਾ ਲਮਕਦਾ ਸੀ, 9 ਮਹੀਨੇ ਪੁੱਠਿਆ ਲਮਕਿਆ, ਔਰ ਕਿਤਨੀ ਤਕਲੀਫ, ਇੱਕ ਪਲ ਪਲ ਦੀ, ਇੱਕ ਛਿਨ ਛਿਨ ਦੀ, ਜਿੰਨੀ ਇੱਕੋ ਟਾਈਮ ਇੱਕ ਆਦਮੀ ਦੇ 100 ਬਿੱਛੂ ਲੜਾਇਆ ਜਾਵੇ, ਇਤਨੀ ਤਕਲੀਫ 9 ਮਹੀਨੇ ਕੱਢਦਾ ਆਦਮੀ। ਉਦੋਂ ਫਿਰ ਅਰਦਾਸਾਂ ਬੇਨਤੀਆਂ ਕਰਦਾ ਹੈ ਕਿ ਉਹ ਇਨਸਾਨ ਦਾ ਸੁਭਾਅ ਹੈ, ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ। ਜਦੋਂ ਦੁੱਖ ਪੈਂਦਾ ਤੇ ਪ੍ਰਭੂ ਨੂੰ ਯਾਦ ਕਰਦਾ ਹੈ। ਭਗਤ ਜੀ ਹੋਰ ਕਹਿੰਦੇ ਹੈ, ਕਾਂ ਪਰੇ ਹਰ ਸਿਮਰਿਏ ਐਸਾ ਸਿਮਰੋ ਨਿਤ। ਭਗਤ ਜੀ ਕਹਿੰਦੇ ਨੇ, ਜਦੋਂ ਦੁੱਖ ਪਏ ਤੇ ਜਾਂ ਬਿਪਤਾ ਪਏ ਤੇ, ਜਦੋਂ ਤੇਰਾ ਕਾਰਜ ਅਟਕ ਜਾਂਦਾ, ਉਸ ਵੇਲੇ ਪ੍ਰਭੂ ਨੂੰ ਯਾਦ ਕਰਦਾ, ਫਿਰ ਤੂੰ ਹਰ ਵਕਤ ਕਿਉਂ ਨਹੀਂ ਯਾਦ ਰੱਖਦਾ ਹੈ? ਫਿਰ ਤੈਨੂੰ ਦੁੱਖ ਸੰਕਟ ਆਵੇ ਹੀ ਨਾ। ਕਾਂ ਪਰੇ ਹਰ ਸਿਮਰਿਆ ਐਸਾ ਸਿਮਰੋ ਨਿਤ। ਸੋ ਸਾਧ ਸੰਗਤ ਜੀ, ਉਦੋਂ ਇਤਨੀ ਸੰਕਟ ਵਿੱਚ, ਇਤਨੇ ਦੁੱਖ ਵਿੱਚ ਪ੍ਰਭੂ ਨੂੰ ਅਰਦਾਸਾਂ ਕਰਦਾ, ਬੇਨਤੀਆਂ ਕਰਦਾ ਹੈ। ਵਾਹਿਗੁਰੂ ਕਹਿੰਦਾ ਹੈ ਵੀ ਮੈਂ ਤੈਨੂੰ ਕੱਢ ਤਾਂ ਦਿੰਦਾ ਇੱਥੋਂ, ਮੈਨੂੰ ਤੇਰੇ ਤੇ ਭਰੋਸਾ ਨਹੀਂ ਹੈ, ਕਿਉਂਕਿ ਇਨਸਾਨ ਦਾ ਸੁਭਾਅ ਹੈ ਗੱਲ ਕਰਕੇ ਮੁੱਕਰ ਜਾਂਦਾ ਹੈ। ਤਾਂ ਮੁੱਕਰ ਜਾਣਾ ਆਪਣੇ ਵਾਅਦੇ ਤੋਂ। ਕੋਈ ਜਾਮਨ ਲਿਆ, ਫਿਰ ਪਾਣੀ ਉਸ ਵਕਤ ਜਾਮਨ ਬਣਦਾ ਹੈ। ਸਿਰਫ ਇਤਨਾ ਹੀ ਕਿ ਜਦੋਂ ਮੈਨੂੰ ਸੂਹੇਗਾ, ਹੱਥ ਲਾਏਗਾ ਤੇ ਮੈਂ ਵਾਹਿਗੁਰੂ ਦਾ ਨਾਮ ਯਾਦ ਕਰਾ ਦੂੰ। ਇਸ ਤੋਂ ਅੱਗੇ ਮੇਰੀ ਕੋਈ ਜ਼ਿੰਮੇਵਾਰੀ। 9 ਮਹੀਨਿਆਂ ਤੋਂ ਬਾਹਰ ਆ ਜਾਂਦਾ ਹੈ। ਆ ਕੇ ਫਿਰ ਉਹੀ ਹਵਾ ਲੱਗ ਜਾਂਦੀ ਹੈ। ਪ੍ਰਭੂ ਪਰਮੇਸ਼ਰ ਨੂੰ ਭੁੱਲ ਜਾਂਦਾ। ਕੋਈ ਬਿਰਲਾ ਹੈ ਜਿਹੜਾ ਵਾਹਿਗੁਰੂ ਨੂੰ ਯਾਦ ਰੱਖਦਾ ਹੈ। ਆ ਕੇ ਭੁੱਲ ਜਾਂਦਾ ਹੈ, ਕੰਮਾਂ ਕਾਰਾਂ ਵਿੱਚ ਲੱਗ ਜਾਂਦਾ ਹੈ। ਪ੍ਰਾਨੀ ਤੂੰ ਆਇਓ ਲਾਹਾ ਲੈਣ। ਜਿਹੜੀ ਗੱਲ ਕਰਕੇ ਆਇਆ, ਜਿਹੜਾ ਵਾਅਦਾ ਕਰਕੇ ਆਇਆ, ਉਹ ਵੀ ਭੁੱਲ ਗਿਆ। ਜਿਹੜੀ ਤੇਰੇ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਪਹਿਲਾਂ ਤਾਂ ਇਸ ਨੂੰ ਇਹ ਨਹੀਂ ਪਤਾ ਕਿਰਪਾ ਕਿਹੜੀ ਕੀਤੀ ਹੈ।
ਜਿਹੜੀ ਸਭ ਤੋਂ ਵੱਡੀ ਕਿਰਪਾ ਕੀਤੀ ਆ ਇਨਸਾਨ ਤੇ, ਉਹ ਕਿਹੜੀ ਹੈ? 84 ਲੱਖ ਜੂਨ ਦੇ ਵਿੱਚੋਂ ਕੱਢ ਕੇ ਇਸ ਨੂੰ ਆ ਮਾਨਸ ਜਨਮ ਦੇ ਵਿੱਚ ਲਿਆਉਣਾ, ਇਹ ਗੁਰੂ ਦੀ ਕਿਰਪਾ ਹੈ। ਅੱਜ ਦੇ ਸਾਇੰਸਦਾਨਾਂ ਨੇ, ਅੱਜ ਦੇ ਵਿਗਿਆਨੀਆਂ ਨੇ 84 ਲੱਖ ਜੂਨ ਦੀ ਆਜੂ ਇਕੱਠੀ ਕੀਤੀ ਹੈ। ਉਹਦਾ ਜੋੜ ਲਾਇਆ, ਟੋਟਲ ਕਿੰਨੀ ਬਣਦੀ ਹੈ? 7.5 ਅਰਬ ਸਾਲ। 7.5 ਅਰਬ ਸਾਲ ਗੁਰਬਾਣੀ ਦੇ ਅਨੁਸਾਰ ਤੂੰ ਕੂਕਰੈ ਸੂਕਰੈ ਗਰਤ ਵਹਿ ਕੱਕ ਹੈ ਸਰਪਨੈ ਤੁਲਖ ਲੈ, ਇਤਨੀਆਂ ਮਾੜੀਆਂ ਭੈੜੀਆਂ ਟੇਢੀਆਂ ਜੂਨੀਆਂ ਵਿੱਚ ਭੌਂਦਾ ਫਿਰ ਕੇ ਆਇਆ। ਕਈ ਕੋਟ ਭੂਤ ਪ੍ਰੇਤ ਸ਼ੂਕਰ ਮਰਗਾਤ, ਕਈ ਕੋਟ ਪਾਥਰ ਬਿਰਖ ਨ ਬਜਾਏ, ਰੋਜ਼ਾਨਾ ਸੁਖਮਨੀ ਸਾਹਿਬ ਪੜ੍ਹਦੇ ਸੁਣਦੇ ਆ। ਇਹਨਾਂ ਜੂਨੀਆਂ ਵਿੱਚ ਭੌਂਦਾ ਹੋ ਕੇ ਤੂੰ ਆਇਆ, ਤੈਨੂੰ ਆਹ ਮਾਨਸ ਜਨਮ ਮਿਲਿਆ ਹੈ। ਥੋੜਾ ਸਮਾਂ ਮਿਲਿਆ, ਕਿਤਨਾ ਸਮਾਂ? ਗੁਰੂ ਜੀ ਦੱਸਦੇ ਨੇ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਜਿਸ ਤਰ੍ਹਾਂ ਰਹਿਣ ਦਾ ਰਾਤ ਦਾ ਸੁਪਨਾ ਹੈ, ਉਹ 5-10 ਮਿੰਟ ਦਾ ਹੈ, ਵੱਧ ਤੋਂ ਵੱਧ ਅੱਧੇ ਘੰਟੇ ਦਾ ਹੋਵੇਗਾ। ਕਿਸੇ ਨੂੰ ਵੱਡਾ ਸੁਪਨਾ ਹੋਵੇ ਘੰਟੇ ਦਾ ਹੋਵੇਗਾ। ਇਹ 60-70 ਸਾਲ ਦਾ ਸੁਪਨਾ ਹੈ, ਕੋਈ ਵਿਰਲਾ ਹੀ ਕਿਸੇ ਦਾ 100 ਸਾਲ ਦਾ ਸੁਪਨਾ ਹੁੰਦਾ ਹੈ। ਆਓ ਇੱਧਰ ਨਾ ਜਾਈ। ਗੁਰੂ ਜੀ ਕਹਿੰਦੇ ਆ ਵੀ ਤੂੰ ਸਾਰੇ ਵਾਅਦੇ ਭੁੱਲ ਗਿਆ। ਕਹਿੰਦਾ ਹਰ ਵਕਤ ਮੈਂ ਤੇਰਾ ਨਾਮ ਜਪੂੰ। ਕਿੰਨਾ ਕੁ ਨਾਮ ਜਪਦੇ ਆ, ਕਿੰਨੀ ਕੁ ਬਾਣੀ ਪੜ੍ਹਦੇ ਆ? ਜੇ ਕਿਸੇ ਨੂੰ ਪੁੱਛੋ, ਟਾਈਮ ਹੀ ਨਹੀਂ, ਸਮਾਂ ਹੀ ਨਹੀਂ ਹੈ। ਤੁਸੀਂ ਤਾਂ ਸੁੱਖ ਦੇ ਨਾਲ ਉਹਨਾਂ ਦੇਸ਼ਾਂ ਵਿੱਚ ਬੈਠੇ ਹੋ ਜਿੱਥੇ ਗੱਲ ਕਰਨ ਦਾ ਵੀ ਸਮਾਂ ਨਹੀਂ ਹੈ। ਇਤਨੀ ਬਿਜੀ ਲਾਈਫ, ਇੱਥੇ ਤੁਸੀਂ 24 ਘੰਟੇ ਕਿਵੇਂ ਤੁਸੀਂ ਪਰਮੇਸ਼ਰ ਦਾ ਭਜਨ ਕਰ ਸਕਦੇ ਹੋ, ਇਤਨੀ ਬਿਜੀ ਲਾਈਫ ਦੇ ਵਿੱਚ? ਫਿਰ ਕਹਿੰਦੇ ਜਦੋਂ ਸਮਾਂ ਮਿਲੇ, ਭਗਤ ਜੀ ਨੇ ਤਾਂ ਕਿਤਨਾ ਫੈਸਲਾ ਦੇ ਦਿੱਤਾ ਕਿ ਵੀਰ ਏਕ ਕੜੀ ਆਧੀ ਕੜੀ, ਆਧੀ ਹੂੰ ਤੇ ਫਨਾਤ, ਅੱਧੀ ਤੋਂ ਅੱਧੀ ਕੜੀ 24 ਮਿੰਟ ਬਣਦੇ ਆ। ਵੀ ਇਤਨਾ ਵੀ ਸਮਾਂ ਨਹੀਂ ਤੇਰੇ ਕੋਲੇ ਵਾਹਿਗੁਰੂ ਨੂੰ ਯਾਦ ਕਰਨ ਦਾ? ਵਾਅਦੇ ਤੂੰ ਬਹੁਤ ਵੱਡੇ ਵੱਡੇ ਕਰਕੇ ਆਇਆ। ਆਓ ਧਾਰਨਾ ਪੜੀਏ ਸਾਰੇ। ਜਦ ਪੁੱਠਾ ਲਮਕਦਾ ਸੈਂ, ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ। ਜਦ ਪੁੱਠਾ ਲਮਕਦਾ ਸੈਂ, ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ। ਹਾਂ ਭਾਈ, ਜਦੋਂ ਪੁੱਠਾ ਲਮਕਦਾ ਸੈਂ, ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ। ਜਦੋਂ ਪੁੱਠਾ ਲਮਕਦਾ ਸੈਂ, ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ। ਵਾਹਿਗੁਰੂ ਕਹਿੰਦਾ ਉਹ ਦਿਨਾਂ ਨੂੰ ਯਾਦ ਕਰ, ਉਹ ਦਿਨ ਫੇਰ ਆਉਣੇ ਨੇ ਤੇਰੇ ਤੇ। ਜੇ ਤੂੰ ਹੁਣ ਆਪਣੇ ਸਮੇਂ ਨੂੰ ਸਫਲਾ ਨਹੀਂ ਕਰੇਂਗਾ, ਜੇ ਤੂੰ ਹੁਣ ਆਪਣੀ ਬਾਜੀ ਹਾਰ ਕੇ ਚਲਿਆ ਜਾਵੇਂਗਾ, ਉਹ ਸਮਾਂ ਫੇਰ ਆ ਜਾਣਾ ਤੇਰੇ ਤੇ। ਪੌੜੀ ਛੁੱਟੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਬਹੁਤ ਸੋਹਣਾ ਅਣਮੁੱਲਾ ਜਨਮ। ਇਸ ਦੀ ਕੀਮਤ ਉਦੋਂ ਪੈਂਦੀ ਆ, ਅਣਮੁੱਲੇ ਸੀ, ਜਦੋਂ ਕੋਈ ਬਿਮਾਰੀ ਦਾ ਅਟੈਕ ਹੋ ਜਾਵੇ ਇਨਸਾਨ। ਫਿਰ ਕਹਿੰਦੇ ਨੇ ਲਿਆਓ ਡਾਕਟਰ ਨੂੰ ਬੁਲਾ ਕੇ ਸਾਡੇ ਨਾਲ ਗੱਲ ਕਰ ਲਵੇ, ਸਾਨੂੰ ਦੱਸ ਦੇਵੇ ਬੈਂਕ ਅਕਾਊਂਟ ਕਿੰਨਾ ਹੈ, ਕਿੱਥੇ ਹੈ। ਫਿਰ ਡਾਕਟਰ ਵੀ ਜਵਾਬ ਦੇ ਦਿੰਦੇ ਨੇ, ਕਹਿੰਦੇ ਵੀ ਸਾਡੇ ਕੋਲੇ ਇਤਨੀ ਸ਼ਕਤੀ ਨਹੀਂ ਹੈ
ਵੀ ਕਿਸੇ ਮਰੇ ਬੰਦੇ ਨੂੰ ਜਿਉਂਦਾ ਕਰ ਦਈਏ ਜਾਂ ਉਹਦੇ ਮੁੱਕੇ ਸਵਾਸ ਤੋਂ ਹੋਰ ਵਿੱਚ ਵਾਧਾ ਕਰ ਦਈਏ। ਅਸੀਂ ਬਿਮਾਰੀ ਨੂੰ ਤਾਂ ਕਿਸੇ ਨੂੰ ਹਟਾ ਸਕਦੇ ਹਾਂ, ਪਰ ਗੱਲ ਨਹੀਂ ਅਸੀਂ ਕਰਾ ਸਕਦੇ। ਉਹਦੇ ਸਮਾਨ ਜਨਮ ਦੀ ਕਦਰ ਪੈਂਦੀ ਹੈ। ਜਿਹੜਾ ਇੱਕ ਇੱਕ ਸਵਾਸ ਤੂੰ ਐਵੇਂ ਗਾਉਣਾ ਹੈ। ਨਾਮ ਜਪਣ ਕੋ ਜਿਹਬਾ ਦਿੱਤੀ, ਹਰ ਦਰਸ਼ਨ ਕੋ ਅੱਖੀ। ਇੱਕ ਇੱਕ ਸਵਾਸ ਅਮੋਲਕ ਜਾਵੇ, ਹੱਥ ਨਾ ਆਵੇ ਲੱਖੀ। 24,000 ਸਵਾਸ ਆਦਮੀ ਨੂੰ ਆਉਂਦਾ 24 ਘੰਟਿਆਂ ਵਿੱਚ। ਕਹਿੰਦੇ ਤੂੰ ਸਫਲਾ ਕਰ ਸਕਦਾ? ਗੁਰੂ ਜੀ ਕਹਿੰਦੇ 24 ਘੰਟੇ ਨੂੰ ਨਹੀਂ ਕਿਹਾ ਉਹਨਾਂ ਨੇ ਵੀ ਤੂੰ 24 ਘੰਟੇ ਨਾਮ ਜਪ। ਕਹਿੰਦੇ ਕੰਮ ਕਰ, ਵਿਹਲਾ ਰਹਿਣ ਨੂੰ ਨਹੀਂ ਕਿਹਾ। ਪਰ ਕਹਿੰਦੇ 24 ਘੰਟਿਆਂ ਦੇ ਵਿੱਚੋਂ ਜੇ ਤੂੰ ਇੱਕ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰ ਲਵੇਂ, 24,000 ਸ਼ਬਦ, 24 ਅਸ਼ਟਪਦੀਆਂ, ਜੇ ਤੂੰ ਇੱਕ ਸੁਖਮਨੀ ਸਾਹਿਬ ਦਾ ਪਾਠ ਕਰ ਲਵੇਂ ਤਾਂ ਤੇਰੇ ਜਿਹੜੇ 24 ਘੰਟੇ ਨੇ ਨਾ ਉਹ ਤੇਰੇ ਸਫਲੇ ਹੋ ਜਾਣਗੇ ਇੱਕ ਘੰਟੇ ਦੇ ਨਾਲ। ਪਰ ਇੱਥੇ ਇੱਕ ਘੰਟਾ ਵੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੜੋ ਸਾਰੇ। ਲੱਖਾਂ ਦਿਆਂ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਨਾ, ਲੱਖਾਂ ਦਿਆਂ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਨਾ। ਲੱਖਾਂ ਦਿਆਂ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਨਾ, ਲੱਖਾਂ ਦਿਆਂ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਨਾ। ਇਤਨਾ ਮਹਿੰਗਾ ਸਵਾਸ ਇਸ ਤਰ੍ਹਾਂ ਜਾ ਰਿਹਾ। ਗੁਰੂ ਜੀ ਕਹਿੰਦੇ ਨੇ ਜਿਸ ਤਰ੍ਹਾਂ ਕੋਰੇ ਘੜੇ ਵਿੱਚ ਪਾਣੀ ਪਾਇਆ ਸਿਮਦਾ ਸਿਮਦਾ, ਇੱਕ ਦਿਨ ਸਿਮ ਜਾਂਦਾ ਹੈ, ਮੁੱਕ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਦਿੱਤੇ ਸਵਾਸ ਨੇ ਇਹ ਮੁੱਕਦੇ ਮੁੱਕਦੇ ਇੱਕ ਦਿਨ ਮੁੱਕ ਜਾਂਦੇ ਨੇ। ਫਿਰ ਪਛਤਾਏ ਤੇ ਕੁਛ ਪੱਲੇ ਨਹੀਂ ਪੈਂਦਾ। ਗੁਰੂ ਜੀ ਕਹਿੰਦੇ ਪਹਿਲਾਂ ਹੀ ਕਿਉਂ ਨਹੀਂ ਕਰਦਾ ਯਾਦ, ਫੇਰ ਪਛਤਾਉਣਾ ਤੂੰ। ਤੈਨੂੰ ਇਤਨਾ ਪਤਾ ਹੈ ਵੀ ਵਾਹਿਗੁਰੂ ਦੀ ਤੇਰੇ ਤੇ ਕਿਰਪਾ ਹੈ। ਤੈਨੂੰ 84 ਲੱਖ ਜੂਨ ਦੇ ਗੇੜੇ ਤੋਂ ਮਾਨਵ ਜਨਮ ਦਿੱਤਾ ਹੈ, ਤੈਨੂੰ ਸੁੰਦਰ ਸਰੀਰ ਦਿੱਤਾ ਹੈ, ਤੈਨੂੰ ਦਿਮਾਗ ਦਿੱਤਾ ਹੈ। ਦਿੱਤਾ ਕੀ ਨਹੀਂ? ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ, ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰਖ ਮਨ ਮਾਹੇ। ਜਿਹ ਪ੍ਰਸਾਦ ਪੀਵੇ ਸ਼ੀਤਲ ਜਲਾ, ਸੁਖਦਾਈ ਪਵਨੋ ਪਾਵਕ ਮੁਲਾ। ਕਿਹੜੀ ਕਿਰਪਾ ਤੇਰੇ ਤੇ ਨਹੀਂ ਕੀਤੀ ਗੁਰੂ ਨੇ, ਪਰ ਤੂੰ ਕਿਰਪਾ ਨੂੰ ਪਾ ਕੇ ਭੁੱਲ ਗਿਆ। ਜਿਹੜਾ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਵੇ ਉਸ ਨੂੰ ਕੀ ਕਹਿੰਦੇ ਨੇ ਗੁਰਬਾਣੀ ਵਿੱਚ? ਅਕਿਰਤ ਕਣ। 100 ਵਾਰੀ ਧਿਰਗ ਧਿਰ ਕਹੀਏ ਤਾਂ ਇੱਕ ਕਿਰਤ ਕਣ ਬਣਦਾ ਹੈ। ਕਹਿੰਦੇ ਤੂੰ ਇਤਨਾ ਕਿਰਤ ਕਣ, ਇਤਨਾ ਤੇਰੇ ਤੇ ਗੁਰੂ ਨੇ ਕਿਰਪਾ ਕੀਤੀ, ਤੂੰ ਉਸ ਗੁਰੂ ਨੂੰ ਦੇਣ ਵਾਲੇ ਦਾਤਾਰ ਨੂੰ ਭੁੱਲ ਗਿਆ। ਦਾਤ ਪਿਆਰੀ ਬਿਸਰਾ ਦਾ ਤਾਰਾ। ਥੋੜੀ ਜਿਹੀਆਂ ਗੱਲਾਂ 'ਚ ਥੋੜਾ ਜਿਹਾ ਪਦਾਰਥ ਆ ਗਿਆ, ਧੀਆਂ ਪੱਤਰ ਹੋ ਗਏ, ਕਾਰ ਆ ਗਈ, ਬਸ ਇਤਨੇ ਜੀ ਭੁੱਲ ਗਿਆ। ਦਾਤ ਪਿਆਰੀ ਬਿਸਰਾ ਦਾ ਤਾਰਾ, ਜਾਣੇ ਨਾਹੀ ਮਰਨ ਵਿਚਾਰਾ।
ਥੋੜ੍ਹੀਆਂ ਜਿਹੀਆਂ ਦਾਤਾਂ ਨੂੰ ਪਾ ਕੇ, ਪਦਾਰਥਾਂ ਨੂੰ ਪਾ ਕੇ ਮਰਨੇ ਨੂੰ ਭੁੱਲ ਜਾਂਦਾ, ਮਰਨੇ ਨੂੰ। ਸਾਧ ਸੰਗਤ ਯਾਦ ਰੱਖੋ, ਜਦੋਂ ਇਨਸਾਨ ਦਾ ਮਰਨਾ ਭੁੱਲ ਜਾਵੇ ਨਾ, ਉਦੋਂ ਭਰਾ ਭਰਾ ਦਾ ਗਲ ਵੱਢਦਾ ਹੈ, ਉਦੋਂ ਚੋਰੀ ਕਰਦਾ ਹੈ, ਉਦੋਂ ਠੱਗੀ ਕਰਦਾ ਹੈ, ਉਦੋਂ ਦੁਨੀਆ ਦੇ ਭੈੜੇ ਮਾੜੇ ਕੰਮ ਕਰਦਾ ਹੈ, ਜਦੋਂ ਮਰਨਾ ਭੁੱਲ ਜਾਵੇ। ਜੇ ਮਰਨਾ ਯਾਦ ਹੈ ਤਾਂ ਗੁਰਮੁਖ ਬਣ ਕੇ ਰਹਿੰਦਾ ਹੈ। ਸੰਤ ਅਤਰ ਸਿੰਘ ਮਸਤੂਆਣਾ ਨੂੰ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਉਪਦੇਸ਼ ਦੇਵੋ। ਕਹਿੰਦੇ ਭਾਈ ਉਪਦੇਸ਼ ਤਾਂ 5 ਪਿਆਰੇ ਦਿੰਦੇ ਆ, ਨਾਮ ਦਿੰਦੇ ਆ, ਤੂੰ ਅੰਮ੍ਰਿਤ ਨਹੀਂ ਛਕਿਆ? ਕਹਿੰਦਾ ਜੀ ਅੰਮ੍ਰਿਤ ਤਾਂ ਛਕਿਆ ਨਹੀਂ। ਕਹਿੰਦੇ ਪਹਿਲਾਂ ਅੰਮ੍ਰਿਤ ਛਕ, ਸਿੰਘ ਬਣ ਪਹਿਲਾਂ, ਫਿਰ ਉਪਦੇਸ਼ ਦੀ ਗੱਲ ਕਰੀ। ਅੰਮ੍ਰਿਤ ਛਕ ਕੇ ਆਇਆ, ਕਹਿੰਦਾ ਮਹਾਰਾਜ ਹੁਣ ਤਾਂ ਮੈਂ ਅੰਮ੍ਰਿਤ ਛਕ ਲਿਆ, ਮੈਨੂੰ ਉਪਦੇਸ਼ ਦਿਓ। ਕਹਿੰਦੇ ਭਾਈ 5 ਪਿਆਰਿਆਂ ਨੇ ਉਪਦੇਸ਼ ਦਿੱਤਾ ਤੈਨੂੰ, ਉਹ ਉਪਦੇਸ਼ ਨਹੀਂ? ਕਹਿੰਦੇ ਨਹੀਂ ਤੁਸੀਂ ਦਿਓ। ਆ ਕਈ ਲੋਕ ਹੁਣ ਵੀ ਉਪਦੇਸ਼ ਦਿੰਦੇ ਨੇ, ਪੰਜਾਬ ਵਿੱਚ ਬੜੀਆਂ ਦੁਕਾਨਾਂ ਚੱਲਦੀਆਂ ਨੇ ਉਪਦੇਸ਼ਾਂ ਦੀਆਂ। ਇੱਕ ਤਾਂ ਉਪਦੇਸ਼ ਦਿੰਦਾ, ਉਹ ਕੰਨ 'ਚ ਫੂਕ ਹੀ ਮਾਰਦਾ, ਕਹਿੰਦਾ ਦੱਸਿਓ ਨਾ ਕਿਸੇ ਨੂੰ, ਇਹਦਾ ਫਲ ਖਤਮ ਹੋ ਜਾਊ। ਜਿਹੜਾ ਉਪਦੇਸ਼ ਹੀ ਇਹੋ ਜਿਹਾ ਜਿਹਦਾ ਫਲ ਹੀ ਖਤਮ ਹੁੰਦਾ, ਉਹਨੇ ਇਹਦਾ ਜੀਵਨ ਦਾ ਆਧਾਰ ਕਿਵੇਂ ਕਰਨਾ? ਆਖੋ ਸਤਿਨਾਮ ਸ੍ਰੀ। ਸਤਿਗੁਰੂ ਨੇ ਤਾਂ ਖੁੱਲੇ ਗੱਫੇ ਲਾਇਆ, ਉੱਪਰ ਨੂੰ ਉਪਦੇਸ਼ ਦਿੱਤਾ ਹੈ। ਇੱਕ ਹੋਰ ਨੇ, ਉਹ ਕਹਿੰਦੇ ਚੋਰੀ ਕਰ, ਠੱਗੀ ਕਰ, ਕਿਸੇ ਦਾ ਗਲ ਵੱਢ, ਜੋ ਮਰਜ਼ੀ ਕਰ, ਸਾਡੇ ਧਰਮ ਵਿੱਚ ਆ ਜਾ, ਇੱਕ ਵਾਰੀ ਆ ਜਾ, ਫਿਰ ਤੈਨੂੰ ਨਰਕਾਂ 'ਚ ਨਹੀਂ ਜਾਣ ਦਿੰਦੇ। ਇਹ ਜਿਹੀਆਂ ਦੁਕਾਨਾਂ ਤੋਂ ਬਚੋ। ਬਹੁਤ ਸਾਰੀਆਂ ਦੁਕਾਨਾਂ, ਇੱਕ ਨੇ ਦੁਕਾਨ ਖੋਲ੍ਹੀ ਸੀ ਇੱਥੇ ਇੰਗਲੈਂਡ ਵਿੱਚ, ਸਿੰਘਾਂ ਨੇ ਭੋਗ ਪਾਤਾ, ਆਖੋ ਸਤਿਨਾਮ ਸ੍ਰੀ। ਬੜੇ ਉੱਠਦੇ ਨੇ ਇਹ ਜਿਹੇ, ਬਹੁਤ ਸਾਰੇ ਤਾਂ ਸਿੰਘਾਂ ਨੇ ਸੋਹ ਦਿੱਤੇ ਸੁੱਖ ਨਾਲ ਪੰਜਾਬ 'ਚ। ਹੁਣ ਕਦੇ ਸਮਾਂ ਹੀ ਆਊ ਜਦ ਹੀ ਉੱਠਣਗੇ। ਜਿਹੜੇ ਉੱਠੇ ਹੋਏ ਨੇ ਉਹਨਾਂ ਨੇ ਵੀ ਸ਼੍ਰੀ ਆਪਣੀ ਲੁਕੋਈ ਹੋਈ ਆ। ਜੇ ਗੁਰੂ ਮਹਾਰਾਜ ਬਲ ਬਖਸ਼ੇ ਸਿੰਘਾਂ ਨੂੰ। ਆਓ ਸਾਧ ਸੰਗਤ, ਮਹਾਂਪੁਰਖ ਆਖਣ ਲੱਗੇ ਭਾਈ ਉਪਦੇਸ਼ ਤਾਂ 5 ਪਿਆਰੇ ਸਾਡੇ ਦਿੰਦੇ ਆ, ਅਸੀਂ ਕਿਹੜਾ ਕੋਈ ਕੰਨ 'ਚ ਫੂਕ ਮਾਰਨੀ ਹੈ। ਕਹਿੰਦੇ ਨਹੀਂ ਜੀ ਤੁਸੀਂ ਦਿਓ। ਬੜੇ ਲੋਕ ਸਾਨੂੰ ਵੀ ਮਿਲਦੇ ਆ, ਕਹਿੰਦੇ ਆ ਅਸੀਂ ਜੀ ਸ਼ਬਦ ਲਿਆ ਸੀ ਫਲਾਣੇ ਸੰਤਾਂ ਤੋਂ, ਸਾਡਾ ਮਨ ਨਹੀਂ ਟਿਕਦਾ। ਮੈਂ ਕਿੰਨਾ ਚਿਰ ਲਿਆ ਨੂੰ ਹੋ ਗਿਆ? ਕਹਿੰਦਾ ਲੈ ਨੂੰ ਤਾਂ ਬਹੁਤ ਚਿਰ ਹੋ ਗਿਆ। ਮੈਂ ਪਾਠ ਕਿੰਨਾ ਚਿਰ ਕੀਤਾ? ਕਹਿੰਦਾ ਜੀ 2 ਦਿਨ ਹੀ ਕੀਤਾ ਸੀ। ਹੁਣ ਗੱਲ ਕਰਦਾ ਮਨ ਦੀ, ਉਸ ਮਨ ਦੀ ਜਿਹੜਾ ਮਨ ਇਸ ਦੁਨੀਆ ਦੇ ਵਿੱਚ ਆਪਾਂ ਆਮ ਕਹਿ ਦਿੰਦੇ ਬਿਜਲੀ ਤੇਜ਼ ਚੱਲਦੀ ਹੈ। ਬਿਜਲੀ, ਜਿਹੜਾ ਬਿਜਲੀ ਤੋਂ ਵੀ ਤੇਜ਼ ਚੱਲਣ ਵਾਲਾ ਮਨ ਹੈ, ਤੇਜ਼ ਚੱਲਣ ਵਾਲੀ ਵਸਤੂ ਹੈ, ਉਸ ਨੂੰ ਤੂੰ 2 ਦਿਨਾਂ 'ਚ ਕੰਟਰੋਲ ਕਰਨਾ ਚਾਹੁੰਦਾ? 2 ਦਿਨ ਸ਼ਬਦ ਪੜ੍ਹ ਕੇ ਕਹਿਣਾ ਵੀ ਮੇਰਾ ਮਨ ਬਸ ਵਿੱਚ ਆ ਜਾਵੇ, ਮਨ ਨਹੀਂ ਲੱਗਦਾ। ਬਹੁਤ ਸਾਰੇ ਜਿਗਿਆਸੂ ਲੋਕ ਸਵਾਲ ਕਰਦੇ ਆ, ਬੜੇ ਮਿਲਦੇ ਨੇ ਇਹ ਜਿਹੇ, ਮਨ ਨਹੀਂ ਜੀ ਟਿਕਦਾ। ਮਹਾਂ ਵੀ ਇੱਕ ਤਾਂ ਚੀਜ਼ ਆ, ਜਿਹੜਾ ਹੁਣ ਆ ਬਾਂਦਰ ਨੂੰ ਜਿਹੜਾ ਕਿੰਨਾ ਔਖਾ ਕਾਬੂ ਕਰਨਾ, ਇਹੀ ਨਹੀਂ ਪਹਿਲਾਂ ਟਿਕਦਾ ਹੈ, ਨਾਲ ਕਿਤਨਾ ਸੌਖਾ ਜਾਨਵਰ ਹੈ। ਇਹ ਤਾਂ ਇਤਨੀ ਚੰਚਲ ਵਸਤੂ ਹੈ ਮਨ। ਆ ਮੈਂ ਹੁਣ ਇੱਕ ਦਿਨ ਅਖਬਾਰ 'ਚ ਪੜ੍ਹਿਆ ਵੀ ਕੋਈ ਕੰਪਿਊਟਰ ਤਿਆਰ ਹੋਇਆ, ਪਤਾ ਨਹੀਂ ਕਿਹੜੇ ਦੇਸ਼ ਵਿੱਚ, ਹਾਂ ਇੰਡੀਆ ਦੀ ਗੱਲ ਆਈ, ਵੀ ਉਹਨਾਂ ਨੇ ਆ ਜਿਹੜਾ ਹੁਣ ਚੱਲਿਆ ਹੈ ਨਰਸਿਮਹਾ ਰਾਓ ਦਾ, ਵੀ ਇਹਨੇ 1 ਕਰੋੜ ਰੁਪਇਆ ਲਿਆ ਉਹਦੇ ਸੰਬੰਧ ਵਿੱਚ। ਵੀ ਉਹਨਾਂ ਨੇ ਦੱਸਿਆ ਵੀ ਜਿਹੜਾ ਹਰਸ਼ਦ ਮਹਿਤਾ, ਕੰਪਿਊਟਰ ਨੇ ਦੱਸਿਆ ਵੀ ਇਹ ਸੱਚ ਬੋਲਦਾ ਹੈ। ਕੰਪਿਊਟਰ ਨੇ ਦੱਸਿਆ ਵੀ ਇਹ ਸੱਚ ਬੋਲ ਰਿਹਾ, ਵੀ ਮੈਂ 1 ਕਰੋੜ ਰੁਪਇਆ ਦਿੱਤਾ ਹੈ। ਪਰ ਇਹੋ ਜਿਹਾ ਕੰਪਿਊਟਰ ਨਹੀਂ ਬਣਾਇਆ, ਤੁਹਾਡੇ ਅਮਰੀਕਾ ਵਰਗੇ ਦੇਸ਼ਾਂ ਤੋਂ ਨਹੀਂ ਬਣਿਆ, ਜਿਹੜਾ ਮਨ ਨੂੰ ਕੰਟਰੋਲ ਕਰ ਲੈਂਦਾ ਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਮੇਰਾ ਖਿਆਲ ਆ ਨਾ, ਜੇ ਇਹੋ ਜਿਹਾ ਕੰਪਿਊਟਰ ਅਮਰੀਕਾ ਵਰਗਾ ਬਣਾ ਦੇਵੇ, ਫਿਰ ਕੋਈ ਜਪਜੀ ਸਾਹਿਬ ਦਾ ਪਾਠ ਸ਼ਾਇਦ ਨਾ ਕਰੇ। ਮਨ ਨੂੰ ਕੰਟਰੋਲ ਕਰਨ ਵਾਸਤੇ, ਪੀਸ ਆਫ ਮਾਈਂਡ, ਮਨ ਦੀ ਸ਼ਾਂਤੀ ਲੈਣ ਵਾਸਤੇ, ਅਸੀਂ ਆਪਣਾ ਜੀਵਨ ਸਫਲਾ ਕਰਨ ਵਾਸਤੇ ਹੀ ਬਾਣੀ ਪੜ੍ਹਦੇ ਆ ਨਾ, ਇੱਥੇ ਸਤਸੰਗ ਵਿੱਚ ਆਉਂਦੇ ਆ। ਹੁਣ ਜਿਹੜੇ ਤਾਂ ਪ੍ਰੇਮੀ ਸਤਸੰਗ ਵਿੱਚ ਆਏ ਨੇ, ਤੁਸੀਂ ਬੈਠੇ ਹੋ, ਜਿਨ੍ਹਾਂ ਦਾ ਤਾਂ ਮਨ ਲੱਗਿਆ ਹੈ ਸਤਸੰਗ ਦੇ ਵਿੱਚ,
ਉਹਨਾਂ ਨੂੰ ਤਾਂ ਟਾਈਮ ਦੀ ਕੋਈ ਪਰਵਾਹ ਨਹੀਂ, ਟਾਈਮ ਨਹੀਂ ਯਾਦ ਉਹਨਾਂ ਦੇ। ਜਿਹਦਾ ਮਨ ਭੜਕਦਾ ਹੈ, ਪਿਛਲੇ ਪਾਸੇ ਕੰਮਾਂ ਵਿੱਚ ਹੈ ਜਾਂ ਹੋਰ ਗੱਲਾਂ ਵਿੱਚ ਹੈ, ਉਹ ਬਾਰ-ਬਾਰ ਘੜੀ ਨੂੰ ਦੇਖਦਾ ਹੋਵੇਗਾ, ਕਦ ਭੋਗ ਪਾਵੇ ਤੇ ਕਦ ਅਰਦਾਸ ਹੋਵੇ, ਕਦ ਅਸੀਂ ਘਰ ਨੂੰ ਜਾਈਏ। ਪੀਸ ਆਫ ਮਾਈਂਡ, ਜਿਸ ਨੂੰ ਮਨ ਦੀ ਸ਼ਾਂਤੀ ਵਾਸਤੇ ਰਾਜਿਆਂ ਨੇ ਰਾਜ ਛੱਡੇ ਔਰ ਰਾਜ ਭਾਗ ਛੱਡ ਕੇ ਜੋਗੀ ਬਣੇ, ਔਰ ਜਿਸ ਪੀਸ ਆਫ ਮਾਈਂਡ ਮਨ ਦੀ ਸ਼ਾਂਤੀ ਲਈ ਆ ਤੁਹਾਡੇ ਦੇਸ਼ ਦੇ ਵਿੱਚ ਗੋਰੇ ਲੋਕ ਭਟਕਦੇ ਫਿਰਦੇ ਨੇ। ਇੱਕ ਦਫਾ ਦੀ ਗੱਲ ਹੈ, ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਜਦੋਂ ਇੰਗਲੈਂਡ ਗਏ, ਇੱਕ ਗੋਰਾ ਆਇਆ ਉਹਨਾਂ ਦੇ ਪਾਸ। ਉਸਨੇ ਆਖਿਆ ਵੀ ਤੁਹਾਡੇ ਕੋਲ ਕੋਈ ਐਸੀ ਸ਼ਕਤੀ ਹੈ, ਤੁਸੀਂ ਪ੍ਰੀਸਟ ਹੋ, ਕੋਈ ਐਸੀ ਜੁਗਤ ਹੈ ਜਿਹੜੀ ਮਨ ਨੂੰ ਸ਼ਾਂਤੀ ਵਿੱਚ ਲਿਆਵੇ, ਟਿਕਾਓ 'ਚ ਲਿਆਵੇ। ਸੰਤ ਜੀ ਕਹਿੰਦੇ ਹਾਂ ਹੈ। ਕਹਿੰਦੇ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਬਾਣੀ ਧੁਰ ਤੋਂ ਬਾਣੀ ਆਈ ਹੈ, ਅਕਾਲ ਪੁਰਖ ਦੀ ਭੇਜੀ ਬਾਣੀ, ਉਹਦਾ ਸ਼ਬਦ ਤੁਹਾਨੂੰ ਦਿੰਦੇ ਆ, ਤੁਸੀਂ ਉਹਦਾ ਪਾਠ ਕਰਨ ਲੱਗੋ। ਕਹਿੰਦੇ ਜੀ ਇਹ ਕਿਵੇਂ ਹੋ ਸਕਦਾ ਵੀ ਇੱਕ ਸ਼ਬਦ ਦੇ ਨਾਲ ਮਨ ਟਿਕਾਓ ਦੀ ਅਵਸਥਾ 'ਚ ਆ ਜਾਏਗਾ? ਕਹਿੰਦੇ ਹੋ ਸਕਦਾ ਹੈ। ਕਹਿੰਦੇ ਥਰਮਾਮੀਟਰ ਲਿਆਓ, ਇਹਦਾ ਟੈਂਪਰੇਚਰ ਚੈੱਕ ਕਰੋ। ਚੈੱਕ ਕੀਤਾ, ਇੱਕ ਸੱਜਣ ਨੂੰ ਕਹਿੰਦੇ ਇਹਨੂੰ ਗਾਲਾਂ ਕੱਢਦੇ ਅੰਗਰੇਜ਼ੀ ਵਿੱਚ, ਜਿਹੜੇ ਇੱਥੇ ਦੀ ਭਾਸ਼ਾ ਦੇ ਵਿੱਚ ਇਹਨੂੰ ਸਖਤ ਬੋਲੀ ਬੋਲਦੇ। ਬੋਲੀ ਤੇ ਉਹਦਾ ਟੈਂਪਰੇਚਰ ਹਾਈ ਹੋ ਗਿਆ। ਕਹਿੰਦੇ ਹੁਣ ਥਰਮਾਮੀਟਰ ਲਾਓ, ਜਦ ਦੇਖਿਆ ਹਾਈ। ਕਹਿੰਦੇ ਵੀ ਹੁਣ ਕਿਉਂ ਹਾਈ ਹੋ ਗਿਆ? ਇਹ ਸ਼ਬਦ ਨਹੀਂ ਹੋਇਆ ਨਾ, ਸ਼ਬਦ ਹੀ ਤੈਨੂੰ ਕਹਿਆ, ਟੀਕਾ ਤਾਂ ਤੇਰੇ ਕੋਈ ਲਾਇਆ ਨਹੀਂ ਕਿਸੇ ਨੇ। ਸ਼ਬਦਾਂ ਦੇ ਨਾਲ ਹੀ ਤੇਰਾ ਟੈਂਪਰੇਚਰ ਹਾਈ ਹੋ ਗਿਆ, ਫਿਰ ਸ਼ਬਦ ਦੇ ਨਾਲ ਹੀ ਟੈਂਪਰੇਚਰ ਲੋ ਹੋ ਸਕਦਾ ਹੈ, ਮਨ ਨੂੰ ਸ਼ਾਂਤੀ ਵਿੱਚ ਲਿਆ ਸਕਦਾ ਹੈ, ਮਨ ਨੂੰ ਟਿਕਾਓ ਦੀ ਅਵਸਥਾ ਵਿੱਚ ਲਿਆ ਸਕਦਾ ਹੈ। ਤੇ ਸਾਡੀ ਤਾਂ ਗੁਰਬਾਣੀ ਲਿਆਉਂਦੀ ਹੈ, ਜਿਹੜੇ ਲੋਕ ਕਰਦੇ ਨੇ ਔਰ ਉਹਨਾਂ ਦਾ ਮਨ ਸ਼ਾਂਤੀ ਵਿੱਚ ਹੈ। ਜਿਹੜੇ ਕਰਦੇ ਨੇ ਉੱਪਰੋਂ ਪਰ ਅੰਦਰੋਂ ਨਹੀਂ ਕਰਦੇ। ਬਹੁਤ ਸਾਰੇ ਲੋਕ ਇਸ ਤਰ੍ਹਾਂ ਕਹਿੰਦੇ ਆ ਜੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਪਰ ਮਨ ਭੜਕਦਾ ਰਹਿੰਦਾ। ਮੈਂ ਫਿਰ ਸੁਖਮਨੀ ਸਾਹਿਬ ਦਾ ਪਾਠ ਕਾਹਦਾ ਕਰਦਾ? ਕੋਸ਼ਿਸ਼ ਕਰ ਮਨ ਨੂੰ ਟਿਕਾਉਣ ਦੀ, ਹੌਲੀ ਹੌਲੀ ਆਪ ਹੀ ਟਿਕ ਜਾਂਦਾ ਹੈ। ਪਰ ਇੱਕ ਦਿਨ ਦਾ ਕੰਮ ਨਹੀਂ। ਜਿਹੜੇ ਲੋਕ ਕਹਿੰਦੇ ਨੇ ਜੀ 2 ਦਿਨ ਅਸੀਂ ਪਾਠ ਕੀਤਾ ਸੀ ਫਿਰ ਛੱਡ ਦਿੱਤਾ ਹੈ, ਕਿਉਂ? ਮਨ ਤਾਂ ਟਿਕਿਆ ਨਹੀਂ ਸਾਡਾ। 2 ਦਿਨ ਦਾ ਕੰਮ ਨਹੀਂ। ਜਿਹੜੀ ਇਤਨੀ ਤੇਜ਼ ਵਸਤੂ ਚੱਲਣ ਵਾਲੀ ਹੈ, ਉਸ ਨੂੰ 2 ਦਿਨਾਂ 'ਚ ਕਿਵੇਂ ਕੰਟਰੋਲ ਹੋ ਜਾਏ, ਕਰ ਲਓਗੇ ਤੁਸੀਂ? ਉਹਨੂੰ ਤਾਂ ਸਮਾਂ ਲੱਗੇਗਾ। ਆਓ ਸਾਧ ਸੰਗਤ, ਜਦੋਂ ਵੀ ਸਤਸੰਗ ਵਿੱਚ ਆਓ, ਆਪਣੇ ਮਨ ਨੂੰ ਟਿਕਾਓ ਦੀ ਅਵਸਥਾ ਵਿੱਚ ਲਾਇਆ ਕਰੋ। ਇੱਥੇ ਆ ਕੇ ਸਾਡਾ ਸਮਾਂ ਤਦ ਸਫਲਾ ਹੋਵੇਗਾ ਜੇ ਮਨ ਟਿਕਾਓ ਦੀ ਅਵਸਥਾ ਵਿੱਚ ਹੈ। ਜੇ ਸਰੀਰ ਇੱਥੇ ਹੈ, ਮਨ ਇੱਥੇ ਨਹੀਂ ਹੈ, ਸਾਧ ਸੰਗਤ ਤੁਹਾਡੀ ਹਾਜ਼ਰੀ ਨਹੀਂ ਲੱਗਣੀ ਸਤਿਗੁਰਾਂ ਦੇ ਦਰਬਾਰ ਵਿੱਚ। ਜਿਸ ਤਰ੍ਹਾਂ ਬੱਚਾ ਜਾਂਦਾ ਨਾ ਸਕੂਲ ਵਿੱਚ, ਉੱਥੇ ਉਹਦੀ ਹਾਜ਼ਰੀ ਲੱਗਦੀ ਹੈ। ਇੱਥੇ ਤਾਂ ਪਤਾ ਨਹੀਂ ਕੀ ਸਿਸਟਮ ਹੈ, ਇੰਡੀਆ ਦੀ ਗੱਲ ਕਰਦਾ। ਬੱਚੇ ਦਾ ਨਾਂ ਲੈਂਦੇ ਨੇ ਮਾਸਟਰ, ਜੇ ਉੱਠ ਕੇ ਖੜਾ ਹੋ ਕੇ ਹਾਜ਼ਰ ਜਨਾਬ ਕਹਿੰਦਾ ਤਾਂ ਹਾਜ਼ਰੀ ਲੱਗ ਜਾਂਦੀ ਹੈ। ਭਾਵੇਂ ਵਿੱਚ ਬੈਠਾ ਹੋਵੇ, ਜੇ ਹਾਜ਼ਰ ਨਹੀਂ ਨਾ ਕਹਿੰਦਾ ਤਾਂ ਉਹਦੀ ਹਾਜ਼ਰੀ ਨਹੀਂ ਲੱਗਦੀ, ਗੈਰ ਹਾਜ਼ਰੀ ਲੱਗ ਜਾਂਦੀ ਹੈ। ਜੇ ਮਨ ਇੱਥੇ ਨਹੀਂ, ਸਰੀਰ ਹੈ ਇੱਥੇ, ਤਾਂ ਤੁਹਾਡੀ ਵੀ ਗੈਰ ਹਾਜ਼ਰ ਲੱਗ ਜਾਣੀ। ਆਖੋ ਸਤਨਾਮ ਸ੍ਰੀ। ਜੇ ਮਨ ਹਾਜ਼ਰ ਹੈ, ਜੇ ਸੱਚਮੁੱਚ ਸ਼ਰਧਾ ਦੇ ਨਾਲ, ਯਕੀਨ ਦੇ ਨਾਲ, ਭਰੋਸੇ ਨਾਲ ਤੁਸੀਂ ਘਰੋਂ ਚੱਲ ਕੇ ਆਇਆ, ਅੱਜ ਅਸੀਂ ਸਤਸੰਗ ਵਿੱਚ ਜਾਣਾ ਹੈ, ਆਪਣੇ ਸਮੇਂ ਨੂੰ ਸਫਲਾ ਕਰਨਾ ਹੈ, ਸਤਿਗੁਰ ਦੇ ਲੇਖੇ ਲਾਉਣਾ ਹੈ, ਕਿਉਂਕਿ ਸਮਾਂ ਜਿਹੜਾ ਹੈ ਉਹ ਸਫਲਾ ਹੈ। ਜਿਸ ਤਰ੍ਹਾਂ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਂ, ਜਿਹੜਾ ਸਤਿਗੁਰਾਂ ਦੇ ਚਰਨਾਂ ਵਿੱਚ ਤੁਸੀਂ ਬਤੀਤ ਕਰਨਾ ਹੈ, ਉਮਰ ਉਹੀ ਵਿੱਚ ਲੇਖੇ ਦੀ ਜਿਹੜੀ ਯਾਦ ਸਾਈਂ ਵਿੱਚ ਗੁਜ਼ਰੇ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸੰਝ ਤੇ ਫਜਰੇ। ਉਹ ਸਮਾਂ ਲੇਖੇ ਵਿੱਚ ਹੈ। ਮੈਂ ਬੇਨਤੀ ਕਰਾਂ ਬੀਬੀਆਂ ਨੂੰ, ਜਿਹੜੇ ਬੱਚੇ ਰੌਲਾ ਪਾਉਂਦੇ ਆ, ਇਹਨਾਂ ਨੂੰ ਚੁੱਪ ਕਰਾਓ, ਸਾਰਿਆਂ ਦੀ ਬਿਰਤੀ ਖਿੰਡਦੀ ਹੈ। ਥੋੜ੍ਹਾ ਸਮਾਂ ਹੋਰ ਆਪਾਂ ਇਸ ਤਰ੍ਹਾਂ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰੀ ਭਰਨੀ ਹੈ। ਜਿਹੜੇ ਬੱਚੇ ਨੇ ਉਹਨਾਂ ਨੂੰ ਗੋਦ ਵਿੱਚ ਲੈ ਲਓ ਜਾਂ ਚੁੱਪ ਕਰਾਓ। ਆਓ ਸਾਧ ਸੰਗਤ ਜੀ, ਜਿਹੜਾ ਸਾਡਾ ਸਮਾਂ ਹੈ
ਉਹ ਤਦ ਲੇਖੇ ਲੱਗੇਗਾ ਜਿਤਨਾ ਸਮਾਂ ਅਸੀਂ ਸੱਚਮੁੱਚ ਇੱਥੇ ਲਾਇਆ ਹੈ। ਇੱਕ ਦਫਾ ਦੀ ਗੱਲ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਸ਼ਹਿਰ ਵਿੱਚ ਗਏ। ਉੱਥੇ ਜਾ ਕੇ ਮਰਦਾਨੇ ਨੇ ਕੀ ਦੇਖਿਆ ਕਿ ਉੱਥੇ ਜਿਹੜੀਆਂ ਕਬਰਾਂ ਨੇ, ਮੜੀਆਂ ਨੇ, ਉਸ ਕਬਰ ਤੇ ਉਸ ਬੰਦੇ ਦਾ ਨਾਮ ਲਿਖਿਆ ਹੋਇਆ ਤੇ ਉਸ ਦੀ ਆਜੂ ਲਿਖੀ ਹੈ। ਆਜੂ ਕਿਤਨੀ ਲਿਖੀ ਹੈ? ਕਿਸੇ ਦੀ 2 ਸਾਲ, ਕਿਸੇ ਦੀ 5 ਸਾਲ, ਕਿਸੇ ਦੀ 7 ਸਾਲ, 10 ਸਾਲ ਤੋਂ ਵੱਧ ਹੈ ਹੀ ਨਹੀਂ ਕਿਸੇ ਦੀ। ਪਰ ਦੇਖਦਾ ਜਿਹੜੇ ਸ਼ਹਿਰ ਵਿੱਚ ਲੋਕ ਨੇ ਉਹ ਬੜੀ ਵੱਡੀ ਉਮਰ ਦੇ ਦੇਖਣ ਵਿੱਚ ਆਉਂਦੇ ਨੇ, ਪਰ ਕਬਰਾਂ ਤੇ ਕਿਸੇ ਦੀ ਉਮਰ ਵੱਡੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆ ਕੇ ਸਵਾਲ ਕਰਦਾ ਹੈ, ਕਹਿੰਦਾ ਜੀ ਇਹ ਕੀ ਕਾਰਨ ਹੈ? ਗੁਰੂ ਜੀ ਜਾਣੀ ਜਾਣ ਸਨ, ਦੱਸ ਸਕਦੇ ਸਨ, ਪਰ ਕਹਿੰਦੇ ਨੇ ਕਿਸੇ ਇੱਥੇ ਸ਼ਹਿਰ ਦੇ ਬਜ਼ੁਰਗ ਨੂੰ ਪੁੱਛ ਲਈ ਇਹ ਕੀ ਗੱਲ ਹੈ। ਬਜ਼ੁਰਗ ਨੂੰ ਪੁੱਛਣਾ ਕੀਤਾ, ਕੀ ਕਾਰਨ ਹੈ? ਤੁਹਾਡੇ ਸ਼ਹਿਰ ਵਿੱਚ ਦੇਖਣ ਨੂੰ ਬੜੀ ਵੱਡੀ ਉਮਰ ਦੇ ਲੱਗਦੇ ਨੇ, ਜਿਹੜੇ ਤੁਹਾਡੀਆਂ ਕਬਰਾਂ ਨੇ, ਮੜੀਆਂ ਨੇ, ਉੱਥੇ ਥੋੜ੍ਹੀ ਥੋੜ੍ਹੀ ਉਮਰ ਲਿਖੀ ਹੈ, ਇਹ ਕੀ ਕਾਰਨ ਹੈ? ਉਹ ਬਜ਼ੁਰਗ ਆਖਣ ਲੱਗਿਆ, ਕਾਰਨ ਇਹ ਹੈ ਜਿਹੜਾ ਸਾਡੇ ਸ਼ਹਿਰ ਵਿੱਚ ਜਾਂ ਪਿੰਡ ਵਿੱਚ ਇਨਸਾਨ ਜੰਮਦਾ ਹੈ, ਪਲਦਾ ਹੈ, ਇੱਥੇ ਰਹਿੰਦਾ ਹੈ, ਕੰਮ ਕਾਰ ਕਰਦਾ ਹੈ, ਜਿਹੜੇ ਹੋਰ ਕੰਮ ਨੇ, ਜਿਸ ਤਰ੍ਹਾਂ ਗੁਰੂ ਜੀ ਨੇ ਕਿਹਾ ਅਵਰ ਕਾਜ ਤੇਰੇ ਕਿਤੇ ਨਾ ਕਾਂ, ਜਿਹੜੇ ਹੋਰ ਕੰਮ ਨੇ ਉਹਨੂੰ ਅਸੀਂ ਲੇਖੇ ਵਿੱਚ ਨਹੀਂ ਗਿਣਦੇ, ਉਸ ਨੂੰ ਅਸੀਂ ਉਮਰ ਨਹੀਂ ਗਿਣਦੇ। ਅਸੀਂ ਉਮਰ ਗਿਣਦੇ ਹਾਂ ਉਸਨੇ ਰੱਬ ਦਾ ਨਾਮ ਕਿਤਨਾ ਲਿਆ, ਉਸਨੇ ਸਮਾਜ ਭਲਾਈ ਕੰਮ ਕਿਤਨੇ ਕੀਤੇ, ਚੰਗੇ ਪਾਸੇ ਕਿਤਨਾ ਸਮਾਂ ਗੁਜ਼ਾਰਿਆ, ਉਹਦਾ ਅਸੀਂ ਜੋੜ ਕਰ ਲੈਂਦੇ ਹਾਂ। ਉਸ ਦੀ ਆਜੂ ਦਾ ਘੰਟੇ ਲਾ ਕੇ, ਮਿੰਟ ਲਾ ਕੇ, ਦਿਨ ਲਾ ਕੇ, ਸਾਲ ਬਣਾ ਕੇ ਉਹ ਅਸੀਂ ਆਜੂ ਗਿਣਦੇ ਹਾਂ, ਬਾਕੀ ਦੀ ਆਜੂ ਨਹੀਂ ਅਸੀਂ ਗਿਣਦੇ। ਉਸ ਆਜੂ ਨੂੰ ਅਸੀਂ ਉਸ ਦੀ ਕਬਰ ਤੇ ਮੜੀ ਤੇ ਲਿਖ ਦਿੰਦੇ ਹਾਂ ਵੀ ਇਤਨੀ ਇਸ ਦੀ ਆਜੂ ਹੈ ਜਿਹੜੀ ਸਹੀ ਵਿੱਚ। ਸੋ ਸਾਧ ਸੰਗਤ ਜੀ ਆਇਆ ਕਰੋ। ਅੱਜ ਤਾਂ ਆਪਾਂ ਭੂਮਿਕਾ ਹੀ ਬਣੀ ਆ, ਪ੍ਰਸੰਗ ਸਾਖੀ ਤਾਂ ਕੋਈ ਸੁਣਾਈ ਨਹੀਂ। ਸ਼ਨੀਵਾਰ ਫਿਰ ਤੁਹਾਡੇ ਦਰਸ਼ਨ ਕਰਾਂਗੇ ਸੰਗਤਾਂ ਦੇ। ਜਿਤਨਾ ਸਮਾਂ ਮਿਲਦਾ ਹੈ, ਜਦੋਂ ਤੁਸੀਂ ਸ਼ਰਧਾ ਦੇ ਨਾਲ, ਯਕੀਨ ਦੇ ਨਾਲ ਘਰੋਂ ਚੱਲ ਕੇ ਆਉਨੇ ਹੋ, ਉਤਨਾ ਸ਼ਾਸਤਰ ਨੇ ਲਿਖਿਆ ਹੈ ਇੱਕ ਇੱਕ ਕਦਮ ਦਾ ਸਮੇਧ ਜਗ ਜਿੰਨਾ ਫਲ ਮਿਲਦਾ ਹੈ ਤੁਹਾਨੂੰ ਜੇ ਸ਼ਰਧਾ ਦੇ ਨਾਲ ਆਉਨੇ ਹੋ। ਵਿਧੀ ਬਲ ਜਗ ਕਰਤ ਸਦਾ ਜੋਦਜ ਉੱਤਮ ਗੋਤ, ਸਾਧ ਨਿਕਟ ਚਲ ਜਾਤ ਹੀ ਸੋ ਫਲ ਪਗ ਪਗ ਹੋਤ। ਇੱਕ ਇੱਕ ਕਦਮ ਦਾ ਸਮੇਧ ਜਗ ਜਿੰਨਾ ਫਲ ਲਿਖਿਆ ਜੇ ਤੁਸੀਂ ਗੁਰੂ ਦੇ ਚਰਨਾਂ ਵਿੱਚ ਆਉਨੇ ਹੋ ਸ਼ਰਧਾ ਦੇ ਨਾਲ। ਅਸਮੇਧ ਜਗ ਇਹ ਨਹੀਂ ਵੀ 2 ਕੜਾਹੇ ਕਰ ਲਏ ਅਸਮੇਧ ਜਗ ਹੋ ਗਿਆ। ਅੱਗੇ ਲੋਕ ਅਸਮੇਧ ਜਗ ਕਰਦੇ ਹੁੰਦੇ ਸਨ, ਜਿਹਦੇ ਵਿੱਚ ਲੱਖਾਂ ਹਜ਼ਾਰਾਂ ਰੁਪਈਆ ਖਰਚ ਹੁੰਦਾ ਸੀ, ਕਰੋੜਾਂ ਰੁਪਈਆ, ਕਰੋੜਾਂ ਹੀ ਲੋਕ ਉਹਦੇ ਵਿੱਚ ਕੰਮ ਕਰਦੇ ਹੁੰਦੇ ਸਨ। ਫਿਰ ਇੱਕ ਸੰਖ ਰੱਖ ਦਿੰਦੇ ਸਨ ਵੀ ਜੇ ਇਹ ਜੱਗ ਸਫਲ ਹੋ ਗਿਆ ਨਾ, ਸੰਪੂਰਨ ਹੋ ਗਿਆ, ਤਾਂ ਸੰਖ ਵੱਜਦਾ ਸੀ। ਜੇ ਨਹੀਂ ਸੰਖ ਵੱਜਦਾ ਸੀ ਤਾਂ ਸਮਝਦੇ ਸੀ ਜੱਗ ਸੰਪੂਰਨ ਨਹੀਂ ਹੋਇਆ। ਆਖੋ ਸਤਿਨਾਮ ਸ੍ਰੀ। ਉਹ ਜਿਹੜੇ ਸੰਪੂਰਨ ਹੋਏ ਜੱਗ ਨੇ ਉਤਨੇ ਉਤਨੇ ਫਲ ਜਿਹੜਾ ਹੈ ਉਹ ਤੁਹਾਨੂੰ ਇੱਕ ਇੱਕ ਕਦਮ ਦਾ ਮਿਲਦਾ ਹੈ। ਜੋ ਤੁਸੀਂ ਸਤਸੰਗ ਦੇ ਵਿੱਚ ਆਉਂਦੇ ਹੋ, ਚੱਲ ਕੇ ਇੱਕ ਇੱਕ ਕਦਮ ਦੇ ਅਸਮੇਧ ਜਗ ਜਿੰਨਾ ਫਲ ਪ੍ਰਾਪਤ ਕਰਦੇ ਹੋ। ਆਇਆ ਕਰੋ ਸਤਸੰਗ ਦੇ ਵਿੱਚ ਜਿਤਨਾ ਸਮਾਂ ਮਿਲਦਾ ਹੈ। ਜਿਸ ਤਰ੍ਹਾਂ ਪਹਿਲਾ ਦਾਸ ਨੇ ਦੱਸਿਆ, ਇੱਕ ਘੜੀ ਆਧੀ ਘੜੀ ਜਿਤਨਾ ਸਮਾਂ ਮਿਲਦਾ ਹੈ, ਔਰ ਜਦੋਂ ਵੀ ਮਿਲਦਾ ਹੈ, ਜਦੋਂ ਵੀ ਸਮਾਂ ਮਿਲਦਾ ਉਸ ਨੂੰ ਐਵੇਂ ਨਹੀਂ ਗਵਾਉਣਾ, ਉਸ ਨੂੰ ਸਾਰੇ ਪਾਸਿਆਂ ਤੋਂ ਰੋਕ ਕੇ ਸਹੀ ਮਾਇਨਿਆਂ ਦੇ ਸਤਿਗੁਰਾਂ ਦੇ ਚਰਨਾਂ ਵਿੱਚ ਸਮਾਂ ਲਗਾਉਣਾ। ਆਓ ਧਾਰਨਾ ਫਿਰ ਗੱਜ ਵੱਜ ਕੇ ਪੜੋ। ਸਤ ਸੰਗਤ ਮੇਲਾ 2 ਕੜੀਆਂ, ਸਤ ਸੰਗਤ ਮੇਲਾ 2 ਕੜੀਆਂ। ਸਤ ਸੰਗਤ ਮੇਲਾ 2 ਕੜੀਆਂ, ਸਤ ਸੰਗਤ ਮੇਲਾ 2 ਕੜੀਆਂ।
ਮਨਾ ਚਿਤ ਲਾਗੇ ਸਤ ਸੰਗਤ ਮੇਲਾ ਦੋ ਕੜੀਆਂ ਸਤ ਸੰਗਤ ਮੇਲਾ ਦੋ ਕੜੀਆਂ ਕਰ ਲਾ ਮਨਾ ਕਰ ਲਾ ਮਨਾ ਚਿਤ ਲਾ ਕੇ ਸਤ ਸੰਗਤ ਮੇਲਾ ਦੋ ਕੜੀਆਂ ਸਤ ਸੰਗਤ ਮੇਲਾ ਦੋ ਕੜੀਆਂ ਸਾਧ ਸੰਗਤ ਸਮਾਪਤੀ ਕਰਨੀ ਹੈ। ਆਨੰਦ ਸਾਹਿਬ ਦਾ ਪਾਠ ਕਰਨਾ ਹੈ। ਪਹਿਲਾਂ ਦੋ ਬੇਨਤੀਆਂ। ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਸਿੱਖ ਕੌਮ 'ਤੇ ਬਹੁਤ ਹੀ ਨਾਜ਼ੁਕ ਸਮਾਂ ਹੈ। ਜਿਹੜੇ ਵੀਰ ਗੁਰੂ ਵਾਲੇ ਨਹੀਂ ਬਣੇ ਉਹ ਗੁਰੂ ਵਾਲੇ ਬਣਨ, ਅੰਮ੍ਰਿਤ ਛਕਣ, ਗੁਰੂ ਦੇ ਲੜ ਲੱਗਣ। ਕਈ ਪ੍ਰੇਮੀਆਂ ਨੂੰ ਕਹੀਦਾ ਕਿ ਤੂੰ ਅੰਮ੍ਰਿਤ ਛਕ ਲੈ। ਕਹਿੰਦਾ ਜੀ ਕੋਈ ਨਹੀਂ, ਛਕ ਲਾਂਗੇ, ਬੁੱਢੇ ਹੋਏ, ਹੁਣ ਖਾਣ ਪੀਣ ਦੀ ਉਮਰ ਆ। ਮੈਂ ਕਿਹਾ ਜਿਨ੍ਹਾਂ ਦਾ ਅੰਮ੍ਰਿਤ ਛਕਿਆ ਹੋਇਆ ਉਹ ਤੂੜੀ ਖਾਂਦੇ ਆ ਕਿ ਦੁਨੀਆ ਤੇ ਸ਼ਰਾਬ ਹੀ ਪੀਣ ਨੂੰ ਹੈ, ਇਹੀ ਬਹੁਤ ਅੰਮ੍ਰਿਤ ਚੀਜ਼ ਹੈ? ਕਿ ਦੁਨੀਆ ਤੇ ਮੀਟ ਹੀ ਖਾਣ ਨੂੰ ਹੈ, ਇਹੀ ਬੜੀ ਮੁੱਲੀ ਚੀਜ਼ ਹੈ ਵੀ ਹੋਰ ਕੁਝ ਖਾਣ ਪੀਣ ਨੂੰ? ਜਾਂ ਇੰਜ ਕਰ ਲਓ ਵੀ ਜਿਹੜੇ ਮੀਟ ਸ਼ਰਾਬ ਖਾਂਦੇ ਨੇ, ਜਿਹੜੇ ਨਹੀਂ ਖਾਂਦੇ ਨੇ, ਉਹਨਾਂ ਦੀ ਸਿਹਤ ਦਾ ਦੇਖੋ ਆਪਸ ਵਿੱਚ, ਜੋ ਕਮਜ਼ੋਰ ਨੇ ਫਿਰ ਠੀਕ ਹੈ। ਸਾਧ ਸੰਗਤ ਜੀ ਫਿਰ ਮੈਂ ਕਿਹਾ ਵੀ ਤੂੰ ਕੀ ਲਿਖਾ ਕੇ ਲਿਆਇਆ ਵੀ ਤੂੰ 80 ਸਾਲਾਂ ਦਾ ਹੋ ਕੇ ਮਰਨਾ? ਇਹ ਤਾਂ ਕਹਾਂ ਬਸਾਸਾ ਇਸ ਭਾਂਡੇ ਕਾ ਇਤਨਾ ਕੋ ਲਾਗੇ ਠਣਕਾ। ਆ ਰੋਜ਼ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ, ਫਲਾਨੀ ਬੱਸ ਵਿੱਚ ਸਫ਼ਰ ਕਰਦਾ ਸੀ, ਬਸ ਸੁੱਤਾ ਹੀ ਪਿਆ ਰਹਿ ਗਿਆ। ਕੀ ਤੂੰ ਲਿਖਾ ਕੇ ਲਿਆ ਤੇ 80 ਸਾਲ ਦਾ ਹੋ ਕੇ ਮਰਨਾ? ਨਹਿ ਬਾਰ ਨਹਿ ਜੂਬ ਨੇ ਨਹਿ ਬਿਰਦੀ ਕਸ ਬੰਦ ਉਹ ਬੇਰਾ ਨਹਿ ਬੂਝੀਏ ਜਵਾਏ ਪਰੇ ਜਮ ਫੰਦ। ਤੈਨੂੰ ਕੀ ਪਤਾ ਕਿ ਤੈਂ ਬਾਲਕ ਅਵਸਥਾ ਵਿੱਚ ਮਰ ਜਾਣਾ? ਤੈਨੂੰ ਕੀ ਪਤਾ ਤੈਂ ਜਵਾਨੀ ਵਿੱਚ ਮਰ ਜਾਣਾ? ਤੈਨੂੰ ਕੀ ਪਤਾ ਬੁਢਾਪੇ ਤੋਂ ਬਾਅਦ ਤਾਂ ਫਿਰ ਕੀਰਤਨ ਸੋਲੇ ਦਾ ਪਾਠ ਹੀ ਆ ਨਾ, ਉਦੋਂ ਤਾਂ ਕੋਈ ਉਮਰ ਹੀ ਨਹੀਂ ਹੈਗਾ। ਹਾਂ, ਉਦੋਂ ਤਾਂ ਅੱਗੇ ਮਰਨਾ ਹੀ ਹੈ। ਸੁਆਵ ਸਾਧ ਸੰਗਤ, ਜਿਹੜੇ ਵੀਰਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਧਾਰੀ ਹੋਵੋ, ਗੁਰੂ ਵਾਲੇ ਬਣੋ, ਗੁਰੂ ਦੇ ਲੜ ਲੱਗੋ, ਆਪਣੇ ਸਮੇਂ ਨੂੰ, ਆਪਣੇ ਜਨਮ ਨੂੰ ਸਫਲਾ ਕਰੋ। ਆਓ ਧਾਰਨਾ ਪੜ੍ਹ ਕੇ ਫਿਰ ਆਪਾਂ ਆਨੰਦ ਸਾਹਿਬ ਦਾ ਪਾਠ ਕਰੀਏ। ਸਵਾਸ ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਵਾਸ ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਵਾਸ ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ। ਰਾਮਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ
सतगुरु मैं पाया। राग रतन परवार परियां शब्द गावण आया। कहे नानक आनंद होआ सतगुरु मैं पाया। हर नाल रह तू मन मेरे दुख सब विसारना। सबना गला समरथ स्वामी सुख मनो बसारे। साचे साहिबा क्या नहीं कर तेरे। सदा सिफत सलाह तेरी नाम मन बसावे। कहे नानक सच्चे साहिब क्या नहीं कर तेरे। सच्चा नाम मेरा कर साथ सुख मान आए बसया जिन इच्छा साब पुजाइया। कहे नानक सुनो संतो शब्द तुरहो प्यारो। साचा नाम मेरा आधारो बाजे। पंच दूत दुबास कीते काल कंटक मारिया। कहे नानक तह सुख हुआ तितकार अनहद बाजे। नंद सुनो पार ब्रह्म प्रभ पाया उतरे सगल बसूरे। संत साजन पे सर से पूरे गुर ते जानी। सुनते भी दिन बंत नान गुर चरण लागे। बाज अनहद तुरै सलो पवन गुरु पाणी पिता। दिवस रात दे दाई दाया खेल सगल जागत चंगियाइयां। करनी आपो अपनी के नेड़े के दूर। जिन्नी नाम ते आया गए नानक ते मुख उजले। खेती सुट्टी नाल बोलो वाहिगुरु जी का खालसा वाहिगुरु जी की फतेह फतेह। वाहिगुरु जी का खालसा वाहिगुरु जी की फतेह फतेह। वाहिगुरु जी का खालसा वाहिगुरु जी की फतेह। तुम पहरदास जियो पिंड सब तेरी। तुम मात पिता तुमरी कृपा में सुख तुनेरे। ਕੀਤੇ ਊਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰਤਾ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ
ਨਾਨਕ ਦਾਸ ਸਦਾ ਕੁਰਬਾਨੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਰਨਾ ਨਿਧਾਵੈ ਧਾਏ, ਸਭ ਥਾਈ ਹੋਏ ਸਹਾਇ। ਦਸ਼ਮੇਸ਼ ਪਿਤਾ ਸਰਬੰਸ ਦਾਨੀ ਦਾਤਾ, ਦੋ ਜਹਾਨ ਵਾਲੀ, ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਹਿਨਸ਼ਾਹ ਪਿਤਾ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ, ਤਖਤ ਚਬਰ ਦੇ ਮਾਲਕ, ਜੁਗ ਹੋ ਜੁਗ ਅਟਲ ਹਾਜ਼ਰਾ ਹਜੂਰ, ਜਾਹਰਾ ਜਹੂਰ ਪਤਿਤ ਪਾਵਨ ਸਰੂਪ, ਸ਼ਬਦ ਅਵਤਾਰ, ਸਰਬ ਕਲਾ ਸਮਰੱਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਵਾਹ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਨਾਬ ਜੀ ਦਾ ਪਵਿੱਤਰ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਠ ਕੀਤਾ, ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਾਂ ਨਹੀਂ ਹਾਰਿਆ, ਸਿੱਖੀ ਕੇਸਾਂ ਸਵਸਾਂ ਨਾਲ ਨਿਭਾਹੀ, ਤਿੰਨਾਂ ਪੁਰਾਤਨ ਤੇ ਵਰਤਮਾਨ ਸ਼ਹੀਦਾਂ ਸੂਰਮਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਵਾਹ। ਪ੍ਰਥਮੇ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹ। ਹੈ ਗਰੀਬ ਨਵਾਜ ਜੀਓ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ, ਬੋਲਣਾ ਜੀ ਵਾਹ। ਪਾਤਸ਼ਾਹ ਜੀ ਉਹ ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਕਾ ਰੱਖ ਅਕਾਲ ਪੁਰਖ। ਗਰੀਬ ਨਵਾਜ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਖਾਲਸਾ ਪੰਥ ਨੂੰ ਬਖਸ਼ਣੀ। ਹੈ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸ਼ਹਿਨਸ਼ਾਹ ਦਾ ਤਾਰ ਸਤਿਗੁਰੂ ਜੀਓ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਸੱਚੇ ਪਾਤਸ਼ਾਹ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਤਖਤ ਤੇ ਸੁਸ਼ੋਭਿਤ ਹੋ ਕੇ ਸਾਧ ਸੰਗਤ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਵਾਜਿਆ। ਗਰੀਬ ਨਵਾਜ ਅਪਾਰ ਕਿਰਪਾ ਕੀਤੀ, ਕੋਟਾਨ ਕੋਟ ਸ਼ੁਕਰ ਸੱਚੇ ਪਾਤਸ਼ਾਹ ਆਪ ਜੀ ਦੀ ਅਪਾਰ ਰਹਿਮਤ ਹੋਈ। ਗਰੀਬ ਨਵਾਜ ਹਜ਼ੂਰੀ ਅੰਦਰ ਸਜੇ ਦੀਵਾਨ ਵਿੱਚ ਪਾਵਨ ਪਵਿੱਤਰ ਬਾਣੀ ਸੋਦਰ ਰਹਿ ਰਸ ਜੀ ਦਾ ਪਾਠ ਹੋਇਆ। ਗਰੀਬ ਨਵਾਜ ਦਰੋਂ ਘਰੋਂ ਵਰਸਾਏ ਹੋਏ ਗੁਰਮੁਖ ਪਿਆਰੇ ਸ਼੍ਰੀਮਾਨ ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਜਗੇੜਾ ਵਾਲਿਆਂ ਨੇ ਕੀਰਤਨ ਕਰਕੇ ਸਾਧ ਸੰਗਤ ਨੂੰ ਨਿਹਾਲ ਕੀਤਾ। ਗਰੀਬ ਨਵਾਜ ਭੁਜੰਗੀਆਂ ਦਾ ਜੱਥਾ ਭਾਈ ਮਨਜਿੰਦਰ ਸਿੰਘ, ਜਤਿੰਦਰ ਸਿੰਘ ਤੇ ਪਰਮਜੀਤ ਸਿੰਘ ਹੁਣਾਂ ਦੀ ਦੇਖ ਰੇਖ ਵਿੱਚ ਗਰੀਬ ਨਵਾਜ ਇਸ ਜੱਥੇ ਨੇ ਸਾਧ ਸੰਗਤ ਨੂੰ ਇਤਿਹਾਸ ਸੁਣਾ ਕੇ, ਢਾਡੀ ਵਾਰਾਂ ਸੁਣਾ ਕੇ ਗਰੀਬ ਨਵਾਜ ਨਿਹਾਲ ਕੀਤਾ। ਸੱਚੇ ਪਾਤਸ਼ਾਹ ਸੇਵਕਾਂ ਨੂੰ ਦਰੋਂ ਕਰੋਂ ਗੁਰਸਿੱਖੀ, ਨਾਮਦਾਨ, ਚੜ੍ਹਦੀਆਂ ਕਲਾਂ ਖੁਸ਼ੀਆਂ ਬਖਸ਼ ਕੇ ਨਵਾਜਣਾ। ਸਦਾ ਅੰਗ ਸੰਗ ਨੇ ਜੱਥਿਆਂ ਦੀ ਸਹਾਇਤਾ ਕਰਨੀ। ਮਿਹਰਾਂ ਭਰੇ ਹੱਥ ਸੀਸ ਉੱਪਰ ਰੱਖਣਾ ਜੀਓ, ਸਦਾ ਚਰਨਾਂ ਕਮਲਾਂ ਦਾ ਓਟ ਆਸਰਾ ਬਖਸ਼ ਕੇ ਨਵਾਜਣਾ। ਪੜ੍ਹੀ ਸੁਣੀ ਗਾਵੀ ਵਿਚਾਰੀ ਬਾਣੀ ਸੱਚੇ ਪਾਤਸ਼ਾਹ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸਾਉਣੀ ਜੀਓ। ਮਿਹਰਾਂ ਕਰਨੀਆਂ। ਗਰੀਬ ਨਵਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਹੈ। ਅੱਜ ਆਪ ਜੀ ਦੇ ਦਰਸ਼ਨ ਪਰਸਨ ਕਰਨ ਆਈ ਸਾਧ ਸੰਗਤ ਲਈ ਲੰਗਰ ਦੀ ਸੇਵਾ ਆਪਨੇ ਬੀਬੀ ਅਮਰਿੰਦਰ ਕੌਰ ਸੰਧੂ ਤੇ ਬੀਬੀ ਪਰਮਜੀਤ ਕੌਰ ਸੰਧੂ ਇਹਨਾਂ ਪਰਿਵਾਰਾਂ ਨੂੰ ਕਿਰਪਾ ਕਰਕੇ ਬਖਸ਼ੀ ਸੱਚੇ ਪਾਤਸ਼ਾਹ। ਇਹਨਾਂ ਪਰਿਵਾਰਾਂ ਦੀਆਂ ਬੀਬੀਆਂ ਦੀਆਂ ਭੇਟਾਵਾਂ ਪ੍ਰਵਾਨ ਕਰਨੀਆਂ, ਸ਼ੁਭ ਇਛਾਵਾਂ ਪੂਰਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ, ਨਾਮਦਾਨ, ਚੜ੍ਹਦੀਆਂ ਕਲਾਂ ਖੁਸ਼ੀਆਂ ਬਖਸ਼ ਕੇ ਨਵਾਜਣਾ। ਸਦਾ ਅੰਗ ਸੰਗ ਸੱਚੇ ਪਾਤਸ਼ਾਹ ਸਹਾਇਤਾ ਕਰਨੀ, ਖਜ਼ਾਨੇ ਭਰਪੂਰ ਕਰਨੇ। ਜਿਹਨਾਂ ਬੀਬੀਆਂ ਭਾਈਆਂ ਨੇ ਦਰਬਾਰ ਦੀ ਸੇਵਾ ਕੀਤੀ, ਲੰਗਰ ਸੇਵਾ ਵਿੱਚ ਹੱਥ ਵਟਾਇਆ, ਤਿਨਾਂ ਨੂੰ ਦੇਹ ਰੋਗਤਾ, ਗੁਰਸਿੱਖੀ, ਨਾਮਦਾਨ, ਚੜ੍ਹਦੀਆਂ ਕਲਾਂ ਖੁਸ਼ੀਆਂ ਬਖਸ਼ ਕੇ ਨਵਾਜਣਾ। ਸਦਾ ਅੰਗ ਸੰਗ ਸਹਾਇਤਾ ਕਰਨੀ ਜੀਓ। ਹਰ ਬੁੱਧਵਾਰ ਦੀ ਤਰ੍ਹਾਂ ਭਾਈ ਕਿਰਪਾਲ ਸਿੰਘ ਜੀ ਮੱਲੀ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੋਈ ਹੈ। ਸੱਚੇ ਪਾਤਸ਼ਾਹ ਇਸ ਪਰਿਵਾਰ ਤੇ ਆਪ ਜੀ ਦੀ ਖੁਸ਼ੀ ਹੋਵੇ।
ਕਾਕਾ ਮਨਜੋਤ ਸਿੰਘ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਬੇਅੰਤ ਮਾਇਆ ਆਪ ਦੇ ਚਰਨਾਂ ਕਮਲਾਂ ਤੇ ਅਰਦਾਸ ਕਰਾਉਂਦੇ ਹਨ। ਕਾਕਾ ਅਨਮੋਲਦੀਪ ਸਿੰਘ ਜਨਮ ਦਿਨ ਦੀ ਖੁਸ਼ੀ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਆਪ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਬੀਬੀ ਊਸ਼ਾ ਬਾਈ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਤੇ ਸਹਿਜ ਪਾਠ ਸ਼ੁਰੂ ਕਰਨ ਦੀ ਆਗਿਆ ਲਈ ਆਪ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਹੈ। ਭਾਈ ਗੁਰਦੀਪ ਸਿੰਘ ਭਾਟੀਆ ਵੱਲੋਂ ਨਵੀਂ ਕਾਰ ਲੈਣ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਸ਼ੁਕਰ ਹੈ। ਭਾਈ ਦਵਿੰਦਰ ਸਿੰਘ ਸੰਧੂ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਅਰਦਾਸ। ਭਾਈ ਪ੍ਰਭਜੋਤ ਸਿੰਘ ਬਾਜਵਾ ਤੇ ਭਾਈ ਜਗਜੀਤ ਸਿੰਘ ਬਾਜਵਾ ਵੱਲੋਂ ਬਿਲਡਿੰਗ ਫੰਡ ਲਈ ਬੇਅੰਤ ਮਾਇਆ ਅਰਦਾਸ ਭੇਂਟ ਹੋਈ। ਗੁਰਦੁਆਰਾ ਸਾਹਿਬ ਲਈ ਬੇਅੰਤ ਮਾਇਆ ਅਰਦਾਸ ਹੋਈ। ਭਾਈ ਰਾਜਵਿੰਦਰ ਸਿੰਘ ਸੇਖੋਂ ਵੱਲੋਂ ਕਾਰੋਬਾਰ ਵਿੱਚ ਵਾਧੇ ਲਈ ਅਰਦਾਸ। ਜਿਨ੍ਹਾਂ ਸੇਵਕਾਂ ਵੱਲੋਂ ਹਰ ਰੋਜ਼ ਕੜਾਹ ਪ੍ਰਸ਼ਾਦ ਦੀ ਦੇਗ ਲਈ ਮਾਇਆ ਅਰਦਾਸ ਹੁੰਦੀ ਹੈ, ਤਿਨਾਂ ਦੀ ਆਪ ਦੇ ਦਰ ਤੇ ਅਰਦਾਸ। ਗਰੀਬ ਨਵਾਜ ਆਈ ਸਾਧ ਸੰਗਤ ਵੱਲੋਂ ਆਪ ਜੀ ਦੇ ਸ਼ਬਦ ਦਾ, ਆਪ ਜੀ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲੈਂਦੇ ਹੋਏ ਸਾਧ ਸੰਗਤ ਨੇ ਕੀਰਤਨ ਦਾ, ਬਾਣੀ ਦਾ ਸਤਿਕਾਰ ਕੀਤਾ। ਸੱਚੇ ਪਾਤਸ਼ਾਹ ਜੀ ਚਰਨਾਂ ਕਮਲਾਂ ਤੇ ਬੇਅੰਤ ਮਾਇਆ ਅਰਦਾਸ ਹੋਈ, ਅਰਪਣ ਹੋਈ। ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਆਈ ਸੋ ਖਜ਼ਾਨੇ ਭਰਪੂਰ ਕਰਨੇ। ਸਭਨਾਂ ਦੀਆਂ ਸੱਚੇ ਪਾਤਸ਼ਾਹ ਸ਼ੁਭ ਇਛਾਵਾਂ ਪੂਰਨ ਕਰਨੀਆਂ। ਦਰੋਂ ਕਰੋਂ ਸਭਨਾਂ ਨੂੰ ਗੁਰਸਿੱਖੀ, ਨਾਮਦਾਨ, ਚੜ੍ਹਦੀਆਂ ਕਲਾਂ ਖੁਸ਼ੀਆਂ ਬਖਸ਼ ਕੇ ਨਵਾਜਣਾ। ਸਦਾ ਅੰਗ ਸੰਗ ਸੱਚੇ ਪਾਤਸ਼ਾਹ ਜੀ ਉਹ ਸਹਾਇਤਾ ਕਰਨੀ। ਮਿਹਰਾਂ ਭਰਿਆ ਸੀਸ ਪੁਰ ਰੱਖਣਾ। ਇਸ ਸਥਾਨ ਨੂੰ ਸਦਾ ਚੜ੍ਹਦੀਆਂ ਕਲਾਂ ਵਿੱਚ ਰੱਖਣਾ। ਸੇਵਕਾਂ ਨੂੰ ਸਮੱਤ ਬਖਸ਼ਣੀ ਜੀਓ। ਪੰਥ ਨੂੰ ਚੜ੍ਹਦੀਆਂ ਕਲਾਂ ਬਖਸ਼ਣੀਆਂ। ਜ਼ੁਲਮ ਦਾ ਨਾਸ ਕਰਨਾ ਜੁਝਾਰੂ ਯੋਧਿਆਂ ਦੇ। ਅੰਗ ਸੰਗ ਸੱਚੇ ਪਾਤਸ਼ਾਹ ਜੀ ਉਹ ਸਹਾਇਤਾ ਕਰਨੀ। ਆਪ ਜੀ ਦੇ ਬਖਸ਼ੇ ਭੰਡਾਰਿਆਂ ਦੇ ਵਿੱਚੋਂ ਗਰੀਬ ਨਵਾਜ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਈ ਹੈ। ਕਰੀ ਪਾਕ ਸਾਲ ਸੋਚ ਪਵਿੱਤਰ ਹਨ ਲਾਭ ਭੋਗ ਹਰ ਰਾਏ। ਪ੍ਰਵਾਨ ਹੋਇਆ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ। ਜੋ ਜੋ ਛਕੇ ਪਵਿੱਤਰ ਨਾਮ ਸਵਾਸ ਗਰਾਸ ਜਪਦਾ ਰਹੇ। ਗਰੀਬ ਨਵਾਜ ਪਰਿਵਾਰ ਵੱਲੋਂ ਰੁਮਾਲਾ ਹਾਜ਼ਰ ਹੋਇਆ ਪ੍ਰਵਾਨ ਕਰਨਾ। ਮਿਹਰਾਂ ਕਰਨੀਆਂ। ਹੁਕਮਨਾਮੇ ਬਖਸ਼ ਕੇ ਕਰਤਾਰਥ ਕਰੋ। ਸਹਿਜ ਪਾਠ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਣੀ। ਤਿਨਾਂ ਪਿਆਰੇ ਗੁਰਮੁਖਾਂ ਦਾ ਮੇਲ ਬਖਸ਼ਣਾ ਜਿਨ੍ਹਾਂ ਮਿਲਿਆ ਪਵਿੱਤਰ ਨਾਮ ਸਵਾਸ ਗਰਾਸ ਚਿੱਤ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲਵੋਚ ਹੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ। ਪਾਰ ਹੋਏ ਸਭ ਮਿਲਹਿੰਗੇ ਬਚੇ ਸ਼ਰਨ ਜੋ ਹੋ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾ। ਖੰਡਾ ਜਾ ਕੇ ਹਾਥ ਮੈਂ ਕਲੰਗੀ ਸੋ ਹੈ ਸੀਸ। ਸੋ ਹਮਰੀ ਰਚਿਆ ਕਰੇ ਗੁਰ ਕਲੰਗੀ ਧਰ ਜਗਦੀ। ਸੋ ਹਮਰੀ ਰਚਿਆ ਕਰੇ ਗੁਰ ਕਲੰਗੀ ਧਰ ਜਗਦੀਸ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖ ਹੋਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਇ। ਹਰ ਹਰ ਨਾਮ ਜਪੰਤਿਆਂ ਕਛ ਨ ਕਹੈ ਜਮ ਕਾਲ। ਨਾਨਕ ਮਨ ਤਨ ਸੁਖੀ ਹੋਇ ਅੰਤੇ ਮਿਲੈ ਗੋਪਾਲ। ਸੋਰਠ ਮਹੱਲਾ ਪੰਜਵਾ। ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਕਰ ਆਏ। ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਕਰ ਆਏ। ਨਾਮੈ ਕੀ ਵਡਿਆਈ ਤਿਸ ਕੀਮਤ ਕਹਿਣ ਨ ਜਾਈ। ਸੰਤ ਹੋ ਹਰ 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 ਆਰਾਧੋ। ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਾਧੋ। ਰਹਾਉ ਪ੍ਰੇਮ ਭਗਤ ਪ੍ਰਭ ਲਾਗੀ
ਸੋ ਪਾਏ ਜਿਸ ਵਡਭਾਗੀ। ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾ ਫਲ ਪਾਇਆ। ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡਭਾਗੀ। ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾ ਫਲ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰਸਾਧ ਸੰਗਤ ਜੀਓ, ਸੰਗਰਾਂਦ ਭਾਦੋਂ ਦੇ ਮਹੀਨੇ ਦੀ ਸੰਗਰਾਂਦ ਚੜ੍ਹੀ ਹੈ। ਸੋ ਆਓ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੀ ਰਚਨਾ ਰਾਹੀਂ ਜੋ ਇਸ ਮਹੀਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਓ ਸਰਵਣ ਕਰਕੇ ਗੁਰੂ ਪਾਤਸ਼ਾਹ ਦੀ ਬਾਣੀ ਦਾ ਸਾਰਾ ਮਹੀਨਾ ਲਾਹਾ ਲਈਏ। ਭਾਦੋਂ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਰਸ ਸੀਤ ਤਵੇਲੇ ਕਹਿ ਸੁਨ ਪ੍ਰੇਤ। ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹ ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੈ ਸਿਆਹ ਹੋਆ ਸੇਤ। ਜੇਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਨਾਨਕ ਪ੍ਰਭ ਸ਼ਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ। ਨਾਨਕ ਪ੍ਰਭ ਸ਼ਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਸਾਧ ਸੰਗਤ ਜੀਓ, ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਆਪ ਜੀ ਨੇ ਸਰਵਣ ਕੀਤਾ ਹੈ, ਸੋ 3 ਵਾਹਾਂ 12 ਮਾਹੇ ਹਨ ਗੁਰੂ ਇਤਿਹਾਸ ਵਿੱਚ। ਇੱਕ 12 ਮਾਹ ਜਿਹੜਾ ਆਪਾਂ ਸੰਗਰਾਂਦ ਨੂੰ ਪੜ੍ਹਦੇ ਹਾਂ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੈ। ਦੂਸਰਾ 12 ਮਾਹ ਤੁਖਾਰੀ ਰਾਗ ਦੇ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜਗਤ ਗੁਰੂ ਜੀ ਦੀ ਮਿਹਰ ਹੋਈ ਹੈ। ਤੀਸਰਾ 10ਮ ਗ੍ਰੰਥ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੀ ਮਿਹਰ ਹੈ। ਇਸ ਭਾਦੋਂ ਦੇ ਮਹੀਨੇ ਦੇ ਵਿੱਚ ਸੰਸਾਰ ਨੂੰ ਉਪਦੇਸ਼ ਹੋਇਆ ਕਿ ਭਾਦੋਂ ਦੇ ਮਹੀਨੇ ਵਿੱਚ ਭਾਈ ਪਰਮੇਸ਼ਰ ਨੂੰ ਕੀ ਯਾਦ ਰੱਖਣਾ, ਕਿਵੇਂ ਯਾਦ ਰੱਖਣਾ। ਭਾਦੋਂ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਭਾਦੋਂ ਦਾ ਜਿਹੜਾ ਮਹੀਨਾ ਹੈ, ਇਸ ਮਹੀਨੇ ਦੇ ਵਿੱਚ ਸੂਰਜ ਲੁਕਣ ਮੀਟੀਆਂ ਖੇਡਦਾ ਹੈ। ਕਦੇ ਬੱਦਲ ਢੱਕ ਲੈਂਦੇ ਹਨ ਇਸ ਨੂੰ, ਕਦੇ ਕਿੱਥੇ ਬੱਦਲ ਫਿਰਦੇ ਨੇ, ਕਦੇ ਕਿਵੇਂ ਫਿਰਦੇ ਹਨ, ਕੋਈ ਪਤਾ ਨਹੀਂ ਲੱਗਦਾ ਵੀ ਭਾਦੋਂ ਦੇ ਆਪਾਂ ਕਹਿੰਦੇ ਭਾਦੋਂ ਦੇ ਸ਼ਰਾਟੇ ਨੇ, ਕੋਈ ਪਤਾ ਨਹੀਂ ਕਿਹੜੇ ਵੇਲੇ ਮੀਂਹ ਆ ਜਾਣਾ ਹੈ। ਇਸੇ ਤਰ੍ਹਾਂ ਮਨ ਹੈ ਜਿਹੜਾ ਦੂਜੇ ਹੇਤ ਪਰਮੇਸ਼ਰ ਦਾ ਪਿਆਰ ਛੱਡ ਕੇ, ਬੰਦਗੀ ਛੱਡ ਕੇ, ਭਜਨ ਛੱਡ ਕੇ ਸੰਸਾਰ ਦੇ ਪਿਆਰ ਵਿੱਚ ਲੱਗਿਆ ਹੋਇਆ ਬੰਦਾ ਭਰਮਾਂ ਦੇ ਵਿੱਚ ਭੁੱਲਦਾ ਹੈ। ਜਿਵੇਂ ਕਦੇ ਹਨੇਰਾ ਹੋ ਜਾਂਦਾ, ਕਦੇ ਚਾਨਣ ਹੋ ਜਾਂਦਾ ਹੈ। ਭਾਦੋਂ ਦੇ ਮਹੀਨੇ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ, ਭੁਲੇਖਾ ਹੀ ਰਹਿੰਦਾ ਹੈ। ਐਸੇ ਤਰੀਕੇ ਨਾਲ ਅਗਿਆਨਤਾ ਦੇ ਵਿੱਚ ਅਗਿਆਨਤਾ ਦੇ ਵਸ ਹੋਇਆ ਪ੍ਰਾਣੀ ਹੈ ਜਿਹੜਾ ਭਰਮਾਂ ਦੇ ਵਿੱਚ ਪਿਆ ਹੋਇਆ, ਦੂਜੇ ਹੇਤ ਸੰਸਾਰ ਦੇ ਪਿਆਰ ਵਿੱਚ ਲੱਗਾ ਹੋਇਆ ਦੁਖੀ ਹੁੰਦਾ ਹੈ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਲੱਖਾਂ ਸ਼ਿੰਗਾਰ ਕੀਤੇ, ਹੁਣ ਲੱਖਾਂ ਆਪਣੇ ਆਪ ਨੂੰ ਸੋਹਣਾ ਬਣਾਇਆ, ਸੋਹਣੇ ਮਕਾਨਾਂ ਮਹਿਲਾਂ ਮਾੜੀਆਂ ਸੋਹਣੀਆਂ ਸਵਾਰੀਆਂ ਦੇ ਵਿੱਚ ਫਿਰਦਾ ਹੋਵੇ, ਪਰ ਇਹ ਕਿਸੇ ਵੀ ਕੰਮ ਨਹੀਂ, ਕਿਸੇ ਵੀ ਕਾਰਜ ਨਹੀਂ ਆਉਂਦਾ ਹੈ, ਕਿਉਂਕਿ ਪਰਮੇਸ਼ਰ ਦਾ ਪਿਆਰ ਛੱਡ ਦਿੱਤਾ ਹੈ। ਸੋ ਇਸ ਮਹੀਨੇ ਦਾ ਉਪਦੇਸ਼ ਯਾਦ ਰੱਖਣਾ ਹੈ। ਪਰਮੇਸ਼ਰ ਦਾ ਪਿਆਰ ਛੱਡ ਕੇ, ਸਾਧ ਸੰਗਤ ਛੱਡ ਕੇ, ਬਾਣੀ ਛੱਡ ਕੇ, ਸਿਮਰਨ ਛੱਡ ਕੇ ਜਿਹੜੇ ਕਾਰਜ ਕਰਨੇ ਹਨ, ਆਪਣੇ ਆਪ ਨੂੰ ਸੋਹਣਾ ਬਣਾਉਣ ਦੇ, ਸੋਹਣੇ ਥਾਵਾਂ 'ਚ ਰਹਿਣ ਦੇ, ਇਹ ਕਿਤੇ ਵੀ ਕੰਮ ਨਹੀਂ ਆਉਂਦੇ। ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕਹਿ ਸੁਨ ਪ੍ਰੇਤ। ਜਿਹੜੇ ਸਰੀਰ ਨੂੰ ਸੁੱਖਾਂ ਦੇ ਵਿੱਚ ਰੱਖਣ ਲਈ, ਸੋਹਣੇ ਕੱਪੜੇ ਪਾ ਕੇ ਰੱਖਣ ਦੇ ਲਈ, ਸੁੱਖ ਦੇਣ ਦੇ ਲਈ ਕਰਮ ਕਰਦਾ ਹੈ, ਜਿਸ ਦਿਨ ਇਸ ਦੇਹ ਨੂੰ ਛੱਡ ਗਿਆ, ਉਸ ਦਿਨ ਕਿਸੇ ਨੇ ਵੀ ਤੇਰੇ ਨੇੜੇ ਨਹੀਂ ਲੱਗਣਾ। ਉਸ ਵੇਲੇ ਸਤਿਗੁਰੂ ਕਿਰਪਾ ਕਰਦੇ ਨੇ, ਇਹਨੂੰ ਪ੍ਰੇਤ ਕਹਿ ਜਾਣਾ ਕਿ ਘਰ ਕੀ ਨਾਰ ਬਹੁਤ ਤਜਾਸਿਓ ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਇੱਕ ਆਇਆ ਪ੍ਰੇਤ ਕਰ ਭਾਗੀ। ਸੋ ਜਿਹੜੀ ਚੀਜ਼ ਨਾਲ ਜ਼ਿਆਦਾ ਪਿਆਰ, ਜਿਹੜੇ ਜ਼ਿਆਦਾ ਪਿਆਰ ਕਰਦੇ ਨੇ, ਉਹ ਕਹਿੰਦੇ ਨੇ ਵੀ ਕੱਢ ਕੇ ਇਸ ਨੂੰ ਛੇਤੀ ਘਰ ਦੇ ਵਿੱਚ ਸੁੱਟ ਦੇਵੋ ਤਾਂ ਕਿ ਦੇਹ ਗਲ ਨਾ ਜਾਵੇ। ਪ੍ਰੇਤ ਹੈ ਘਰ ਦੇ ਵਿੱਚ, ਪ੍ਰੇਤ ਦਾ ਵਾਸਾ ਨਾ ਹੋ ਜਾਵੇ ਕਿਤੇ। ਇਹ ਹਾਲ ਦੇਹ ਦਾ ਹੋਣਾ ਜਿਹਦੇ ਖਾਤਰ ਇੰਨੇ ਸੁੱਖ ਭੋਗਣ ਲੱਗਿਆ ਹੈ, ਜਿਹਦੇ ਖਾਤਰ ਇੰਨਾ ਕੁਛ ਕਰਨ ਲੱਗਿਆ ਹੈ ਤੂੰ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ। ਸੋ ਇਹ ਇੱਕ ਰਹੱਸ ਹੈ
ਵੀ ਪਤਾ ਨਹੀਂ ਪਰਮੇਸ਼ਰ ਦੇ ਦੂਤ ਹਨ ਜਿਹੜੇ, ਇਹ ਧਰਮਰਾਜ ਦੇ ਦੂਤ ਨੇ ਜਿਹੜੇ ਜਿਨ੍ਹਾਂ ਨੇ ਆ ਕੇ ਇਸ ਦੇਹ ਦੇ ਵਿੱਚੋਂ ਜਾਨ ਕੱਢਣੀ ਹੈ। ਕਿਸੇ ਨੂੰ ਭੇਤ ਨਹੀਂ ਦਿੰਦੇ, ਕਿਹੜੇ ਵੇਲੇ ਆਉਣਾ, ਕਦੋਂ ਆਉਣਾ, ਕਿਵੇਂ ਆਉਣਾ ਹੈ, ਇਹ ਭੇਤ ਪਰਮੇਸ਼ਰ ਨੂੰ ਹੀ ਪਤਾ। ਇਸ ਕਰਕੇ ਸਦਾ ਉਸ ਨੂੰ ਯਾਦ ਰੱਖੀਏ। ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ। ਜਿਹੜੀਆਂ ਚੀਜ਼ਾਂ ਦੇ ਨਾਲ ਹੇਤ ਲੱਗਿਆ ਹੋਇਆ ਹੈ, ਪਿਆਰ ਲੱਗਿਆ, ਮੋਹ ਲੱਗਿਆ ਹੋਇਆ, ਜਿਹੜੀਆਂ ਚੀਜ਼ਾਂ ਨਾਲ ਜਿਹੜੇ ਤੈਨੂੰ ਮੋਹ ਕਰਦੇ ਹਨ, ਇੱਕਦਮ ਛੱਡ ਕੇ ਸਾਰੇ ਪਾਸੇ ਹੋ ਜਾਂਦੇ ਹਨ। ਕੋਈ ਕਿਸੇ ਦਾ ਨਹੀਂ ਬਣਦਾ ਹੈ। ਜਦੋਂ ਦੇਹ ਖਤਮ ਹੋ ਜਾਂਦੀ, ਬਿੰਸ ਜਾਂਦੀ, ਮਿੱਟੀ ਬਣ ਜਾਂਦੀ, ਕੋਈ ਸਾਂਭਦਾ ਨਹੀਂ ਹੈ ਇਸ ਨੂੰ। ਸੋ ਸਾਰੇ ਪਾਸੇ ਹੋ ਜਾਂਦੇ ਹਨ, ਕਿਸੇ ਦਾ ਹਿੱਤ ਨਹੀਂ ਰਹਿੰਦਾ ਹੈ। ਹੱਥ ਮਰੋੜਾ ਤਨ ਕਪੈ ਸਿਆਹੋਂ ਹੋਆ ਸੇਤ। ਇਹ ਅਖੀਰਲੇ ਦਰਸ਼ਨ ਕਰਾਉਂਦੇ ਨੇ ਮਹਾਰਾਜ ਕਿ ਅਖੀਰ ਵੇਲੇ ਤੇਰੀ ਦੇਹ ਦਾ ਇਹ ਹਾਲ ਹੋਣਾ। ਹੱਥ ਮੁੜ ਜਾਂਦੇ ਹਨ, ਤਨ ਕੰਬਦਾ ਹੈ, ਸਿਆਹ ਸੂਹਾ ਰੰਗ ਹੈ ਜਿਹੜਾ ਸੇਤ ਬੱਗਾ ਬੱਗਾ ਹੋ ਜਾਂਦਾ, ਚਿੱਟਾ ਹੋ ਜਾਂਦਾ, ਰੰਗ ਬਦਲ ਜਾਂਦਾ ਹੈ। ਭਾਵ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਸੋ ਜਿਹੋ ਜਿਹਾ ਬੀਜ ਬੀਜਦਾ ਹੈ, ਇਹ ਸਰੀਰ ਕਰਮਾਂ ਦੀ ਖੇਤੀ ਹੈ। ਸ਼ੁਭ ਕਰਮ ਕੀਤੇ ਹਨ, ਕਰਮਾਂ ਦੇ ਸਹਾਰੇ ਰਿਸ਼ੀ ਮੁਨੀ ਸਾਧ ਪਦਵੀ ਨੂੰ ਮਨੁੱਖ ਜਾ ਪਹੁੰਚਦਾ ਹੈ। ਪਰ ਜੇ ਕਰਮ ਮਾੜੇ ਹਨ, ਅਮਲ ਮਾੜੇ ਹਨ, ਤਾਂ ਇਹਦੇ ਵਿੱਚ ਵੱਢਣਾ ਕੀ ਹੈ? ਸੋ ਇਹ ਕਰਮਾਂ ਦੀ ਖੇਤੀ ਹੈ। ਜਿਹਾ ਕਰਮ ਕਰਨਾ ਹੈ, ਉਹੋ ਜਿਹਾ ਵੱਢਣਾ ਪੈਂਦਾ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਸਦਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰ ਕਰਦੇ ਹਨ ਕਿ ਹੇ ਪ੍ਰਭੂ, ਨਾਨਕ ਦਾਸ ਆਪ ਜੀ ਦੀ ਸ਼ਰਨ ਦੇ ਵਿੱਚ ਹੈ। ਸੋ ਸਾਨੂੰ ਸਾਧਨ ਪੱਖ ਤੋਂ ਸਾਧ ਸੰਗਤ ਉਦੇਸ਼ ਹੈ ਕਿ ਭਾਈ ਸਦਾ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀ ਕਿ ਹੇ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਨੂੰ ਚਰਨਾਂ ਦੀ ਸ਼ਰਨ ਵਿੱਚ ਰੱਖਣਾ, ਇਹ ਬੋਹਿਤ ਦਿਓ ਤਾਂ ਕਿ ਸਾਡਾ ਜੀਵਨ ਦਾ ਪਾਰ ਉਤਾਰਾ ਹੋ ਜਾਵੇ। ਸੇ ਭਾਦੋਂ ਇਹ ਨਰਕ ਨ ਪਾਈ ਹੈ, ਗੁਰੂ ਰੱਖਣ ਵਾਲਾ ਹੇਤ। ਸੋ ਸਤਿਗੁਰੂ ਪਾਤਸ਼ਾਹ ਨੇ ਅਸੀਸਾਂ ਦਿੱਤੀਆਂ ਹਨ। ਇਸ ਭਾਦੋਂ ਦੇ ਮਹੀਨੇ ਵਿੱਚ ਜਿਹਨੇ ਆ ਕੇ ਸ਼ਰਨ ਲਈ ਸਤਿਗੁਰੂ ਜੀ ਦੀ ਸਾਧ ਸੰਗਤ ਵਿੱਚ ਆ ਗਿਆ, ਸੋ ਉਹ ਨਰਕ ਦੇ ਵਿੱਚ ਨਹੀਂ ਪਾਇਆ ਜਾਵੇਗਾ, ਕਿਉਂਕਿ ਉਹਦਾ ਰਾਖਾ ਸਤਿਗੁਰੂ ਹੈ। ਜਿਹਦਾ ਰਾਖਾ ਸਤਿਗੁਰੂ ਹੋ ਜਾਵੇ, ਉਹਨੂੰ ਕੋਈ ਵੀ ਨਰਕ ਹੈ ਜਿਹੜਾ, ਉਹਦੇ ਨਰਕ ਦੇ ਪ੍ਰਾਣੀ ਵੀ, ਧਰਮਰਾਜ ਵੀ ਜਿਹੜਾ ਹੈ ਪੁੱਛ ਕੇ ਗੱਲ ਕਰਦਾ ਹੈ। ਐਸਾ ਬੰਦਾ ਗੁਰੂਪੁਰੀ ਵਿੱਚ ਰਹਿੰਦਾ ਹੈ। ਸੋ ਇਸ ਭਾਦੋਂ ਦੇ ਮਹੀਨੇ ਵਿੱਚ ਇਹ ਸਾਨੂੰ ਉਪਦੇਸ਼ ਹੋਇਆ ਹੈ। ਦੂਜੇ ਨਾਲ ਹੇਤ ਨਹੀਂ ਲਾਉਣਾ, ਚਰਨਾਂ ਕਮਲਾਂ ਦਾ ਓਟ ਆਸਰਾ ਰੱਖਣਾ ਹੈ, ਸਦਾ ਸਾਧ ਸੰਗਤ ਕਰਨੀ ਹੈ, ਗੁਰੂ ਦੀ ਸ਼ਰਨ ਦੇ ਵਿੱਚ ਰਹਿਣਾ ਹੈ। ਫਿਰ ਭਾਦੋਂ ਦੇ ਮਹੀਨੇ ਵਿੱਚ ਸਾਨੂੰ ਸੁੱਖ ਹੀ ਸੁੱਖ ਪ੍ਰਾਪਤ ਹੁੰਦੇ ਹਨ। ਭੁੱਲਾਂ ਗਲਤੀਆਂ ਦੀ ਖਿਮਾ, ਫਤਿਹ ਬੁਲਾ ਕੇ ਸਾਰੇ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ। ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ। ਸਤ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ, ਨਾਨਕ ਹੁਕਮੈ ਜੇ ਬੁਝੈ ਤਾਹੂ ਮੈਂ ਕਹਿ ਨ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀਸਾਨ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ। ਗਾਵੈ ਕੋ ਜਾਪੈ ਦਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਨਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਓ ਪਾਰ। ਆਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰਖੀਐ ਜਿਤ ਦਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰਖੀਐ ਭਾਉ। ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ। ਗੁਰਮੁਖ ਰਹਾ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣ ਆਖਾਂ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨ ਜਾਈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨ ਜਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਓਕੇ। ਗੁਰੂ ਸਰੂਪ ਸਾਧ ਸੰਗਤ ਜੀਓ, ਬੜੀ ਖੁਸ਼ੀ ਵਾਲੀ ਗੱਲ ਹੈ, ਖੁਸ਼ਖਬਰੀ ਹੈ, ਸਾਰਿਆਂ ਨੇ ਧਿਆਨ ਨਾਲ ਸੁਣਨਾ, ਕਿਰਪਾ ਕਰਕੇ ਸੁਣਨਾ। ਸੋ ਅੱਜ ਆਪਾਂ ਆਨੰਦ ਮਾਣਿਆ ਹੈ, ਨਿੱਕੇ ਨਿੱਕੇ ਬੱਚਿਆਂ ਦਾ ਕੀਰਤਨ ਸਰਵਣ ਕੀਤਾ ਸਾਰਿਆਂ ਨੇ। ਸਤਿਗੁਰੂ ਦੀ ਬੜੀ ਬਖਸ਼ਿਸ਼ ਹੈ, ਬਿਨਾਂ ਬਖਸ਼ਿਸ਼ ਤੋਂ ਇਹ ਨਿੱਕੇ ਭੁਜੰਗੀ ਹਨ ਜਿਹੜੇ ਐਡਾ ਸੋਹਣਾ ਕੀਰਤਨ ਕਰ ਨਹੀਂ ਸਕਦੇ। ਸੋ ਸ਼ੁੱਕਰ, ਸ਼ਨੀਚਰ, ਐਤਵਾਰ ਤਿੰਨੇ ਦਿਨ ਇਹ ਨਿੱਕੇ ਬੱਚੇ ਹਨ ਜਿਹੜੇ ਇਹ ਕੀਰਤਨ ਕਰਨਗੇ, ਕੀਰਤਨ ਵੀ ਕਰ ਲੈਂਦੇ ਹਨ, ਢਾਡੀ ਵਾਰਾਂ ਵੀ ਸੁਣਾਉਣਗੇ। ਸ਼ੁੱਕਰਵਾਰ ਨੂੰ 7 ਤੋਂ ਸ਼ੁਰੂ ਹੋ ਕੇ ਪ੍ਰੋਗਰਾਮ 9 ਤੱਕ ਹੋਵੇਗਾ। ਤੇ ਵੱਡੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੀਮਾਨ ਸੰਤ ਬਾਬਾ ਸ਼ਮਸ਼ੇਰ ਸਿੰਘ ਹੋਣਾ ਨੇ ਵੀ ਇਹ ਪ੍ਰੋਗਰਾਮ ਮੰਨ ਲਿਆ ਹੈ। ਸੋ ਤਿੰਨੇ ਦਿਨ ਉਹ ਵੀ ਦਰਸ਼ਨ ਦੇ ਕੇ ਸਾਧ ਸੰਗਤ ਨੂੰ ਨਿਹਾਲ ਕਰਨਗੇ। ਸੋ ਤਿੰਨੇ ਦਿਨ ਇਸੇ ਤਰ੍ਹਾਂ ਪ੍ਰੋਗਰਾਮ ਜਿਹੜਾ ਹੋਵੇਗਾ, ਬੱਚੇ ਵੀ ਕੀਰਤਨ ਕਰਨਗੇ। ਸੋ ਸੰਤਾਂ ਤੋਂ ਆਪਾਂ ਕੀਰਤਨ ਸੁਣ ਕੇ, ਬਾਣੀ ਦੀ ਵਿਚਾਰ ਸੁਣ ਕੇ ਲਾਹਾ ਪ੍ਰਾਪਤ ਕਰਾਂਗੇ। ਸ਼ੁੱਕਰਵਾਰ ਨੂੰ ਸੋ ਸਾਧ ਸੰਗਤ, ਸ਼ੁੱਕਰਵਾਰ 7 ਤੋਂ ਸ਼ੁਰੂ ਹੋਵੇਗਾ ਕੀਰਤਨ, ਰਹਿ ਰਸ ਦਾ ਪਾਠ। ਸ਼ਨੀਚਰਵਾਰ ਨੂੰ 6:30 ਤੋਂ ਰਹਿ ਰਸ ਦਾ ਪਾਠ ਸ਼ੁਰੂ ਹੋਵੇਗਾ। ਸੋ ਐਤਵਾਰ ਨੂੰ ਜਿਹੜਾ ਆਪਣਾ ਰੈਗੂਲਰ ਪ੍ਰੋਗਰਾਮ ਹੁੰਦਾ ਹੈ, 10:30 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਬਾਣੀ ਦਾ ਭੋਗ ਪੈ ਜਾਂਦਾ, ਸੰਪੂਰਨਤਾ ਹੁੰਦੀ ਹੈ। 10:30 ਤੋਂ ਪ੍ਰੋਗਰਾਮ ਸ਼ੁਰੂ ਹੁੰਦਾ ਹੈ। ਸੋ ਸਭਨਾਂ ਨੇ ਤਿੰਨੇ ਦਿਨ ਯਾਦ ਰੱਖਣਾ, ਬੱਚਿਆਂ ਨੂੰ ਲੈ ਕੇ ਆਉਣਾ, ਆਲੇ ਦੁਆਲੇ ਦੱਸ ਕੇ ਸਾਰੀ ਸਾਧ ਸੰਗਤ ਨੇ ਲਾਹਾ ਲੈਣਾ, ਕਿਉਂਕਿ ਇਹੋ ਜਿਹੇ ਮੌਕੇ ਹਨ ਜਿਹੜੇ ਸਤ ਸੰਗਤ ਦੇ, ਜਿੱਥੇ ਆ ਕੇ ਗੁਰਮੁਖ ਪਿਆਰੇ ਕੀਰਤਨ ਕਰਨ, ਇਹ ਕਦੇ ਕਦੇ ਸਾਨੂੰ ਪ੍ਰਾਪਤ ਹੁੰਦੇ ਹਨ। ਸੋ ਇਹ ਤਿੰਨੇ ਦਿਨ ਯਾਦ ਰੱਖਣਾ, ਸ਼ੁੱਕਰ, ਸ਼ਨੀਚਰ, ਐਤਵਾਰ ਤਿੰਨੇ ਦਿਨ ਸੰਤ ਜੀ ਵੀ, ਸੰਤਾਂ ਦੇ ਵੀ ਆਪਾਂ ਕੀਰਤਨ ਸੁਣ ਕੇ ਖੁਸ਼ੀਆਂ ਪ੍ਰਾਪਤ ਕਰਾਂਗੇ, ਲਾਹਾ ਲਵਾਂਗੇ ਤੇ ਬੱਚਿਆਂ ਦਾ ਵੀ ਕੀਰਤਨ ਸੁਣਾਂਗੇ। ਦੂਸਰਾ, ਅਗਲੇ ਬੁੱਧਵਾਰ ਨੂੰ ਜਿਹੜੀ ਲੰਗਰ ਦੀ ਸੇਵਾ ਹੈ, ਇਸੇ ਤਰ੍ਹਾਂ ਜਿਵੇਂ ਲੰਗਰ ਕੀਰਤਨ ਹੁੰਦਾ ਹੈ, ਬਾਣੀ ਦੀ ਵਿਚਾਰ ਹੁੰਦੀ ਹੈ। ਭਾਈ ਮਹਿੰਗਾ ਸਿੰਘ ਦੁਸਾਂਝ, ਇਹ ਨਿਊਯਾਰਕ ਫਰੀਮੌਂਟ ਕਾਲਜ ਸ਼ਹਿਰ ਹੈ, ਉੱਥੋਂ ਉਸ ਪਰਿਵਾਰ ਨੂੰ ਸੇਵਾ ਸਤਿਗੁਰੂ ਨੇ ਬਖਸ਼ੀ ਹੈ। ਸੋ ਉਹਨਾਂ ਵੱਲੋਂ ਆਪ ਸਭਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੁੱਧਵਾਰ ਨੂੰ ਦਰਸ਼ਨ ਦੇ ਕੇ ਪਰਿਵਾਰ ਨੂੰ ਸੇਵਾ ਦਾ ਮੌਕਾ ਬਖਸ਼ਣਾ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਐਤਵਾਰ ਨੂੰ ਲੰਗਰ ਦੀ ਸੇਵਾ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ, ਭਾਈ ਜਸਵੰਤ ਸਿੰਘ, ਇਹ ਸੈਨ ਪੈਵਲੋਤ ਪਰਿਵਾਰ ਹੈ, ਉਹਨਾਂ ਨੂੰ ਇਹ ਸੇਵਾ ਪ੍ਰਾਪਤ ਹੋਈ ਹੈ। ਭਾਈ ਜਸਵੰਤ ਸਿੰਘ ਹੋਣਾ ਵੱਲੋਂ ਆਪ ਸਭਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤਿੰਨੇ ਦਿਨ ਬਾਣੀ ਦਾ ਵੀ ਲਾਹਾ ਲੈਣਾ, ਕੀਰਤਨ ਵੀ ਹੋਣਾ ਹੈ। ਸਭਨਾਂ ਨੇ ਕੀਰਤਨ ਦਾ, ਕਥਾ ਦਾ, ਵਾਰਾਂ ਦਾ ਲਾਹਾ ਲੈਣਾ ਤੇ ਪਰਿਵਾਰ ਨੂੰ ਨਾਲੇ ਸੇਵਾ ਦਾ ਮੌਕਾ ਬਖਸ਼ਣਾ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸੋ ਇਹਨਾਂ ਸੂਚਨਾਵਾਂ ਨਾਲ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।